ਜਿਹੜੇ ਲੰਗੂਰਾਂ ਨੂੰ ਪਪੀਤੇ ਖਾਣ ਲਈ ਦਿੱਤੇ ਗਏ ਸਨ ਉਹਨਾਂ ਦੀ ਮਰਦਾਨਗੀ ਵਧੀ ਹੋਈ ਲੱਭੀ। ਬੀਜ ਚੇਤੇ ਰੱਖਿਓ ਸੁੱਟ ਦੇਣਾ, ਕਿਉਂਕਿ ਬੀਜਾਂ ਦੀ ਅਲਰਜੀ ਨਾਲ ਮੌਤ ਹੁੰਦੀ ਵੇਖੀ ਗਈ ਹੈ। ਕੋਈ ਵੀ ਦਵਾਈ ਜਿਸਨੂੰ ਗੁਰਦੇ ਦਾ ਰੋਗ ਹੈ ਬਿਲਕੁਲ ਵੀ ਬਿਨਾਂ ਡਾਕਟਰੀ ਸਲਾਹ ਦੇ ਨਹੀਂ ਲੈਣੀ ਚਾਹੀਦੀ। ਬੜੀ ਹੈਰਾਨੀ ਹੋਈ ਵੀ ਇੰਨਾ ਮਹਿੰਗਾ ਸ਼ੈਂਪੂ ਪਪੀਤੇ ਦਾ ਹੀ ਜੇ ਬਣਿਆ ਸੀ ਤੇ ਕਿਉਂ ਖਰੀਦਣਾ। ਵਿਟਾਮਿਨ A, B1, B2, B3, 6, ਵਿਟਾਮਿਨ C, ਕੈਲਸ਼ੀਅਮ, ਫੋਲੇਟ, ਵਿਟਾਮਿਨ E, K, ਲੋਹ ਕਣ, ਮੈਗਨੀਸ਼ੀਅਮ, ਫਾਸਫੋਰਸ, ਪੋਟਾਸ਼ੀਅਮ, ਜ਼ਿੰਕ, ਸੋਡੀਅਮ, ਯਾਨੀ ਬਿਆਨਤ ਸਾਰਾ ਕੁਝ ਹੀ ਹੈ। ਇਹ $250 ਦਾ ਇੱਕ ਫੇਸ ਪੈਕ ਮਿਲੇਗਾ ਜੀ। ਸੋ ਉਹਦੇ ਵਿੱਚ ਸਿਰਫ ਤੇ ਸਿਰਫ ਪਪੀਤਾ ਹੀ ਹੁੰਦਾ ਜੇ। ਨਾਮਵਰ ਪੁਰਾਣੀ ਸਾਡੀ ਬਾਲੀਵੁੱਡ ਹੀਰੋਇਨ ਵੀ ਹੈ ਜਿਸਨੇ ਇਹੀ ਕੱਲਿਆ ਵਰਤ ਕੇ ਕੇਲਾ ਤੇ ਪਪੀਤਾ ਵਰਤ ਕੇ ਹੀ ਹੁਣ ਤੱਕ, ਯਾਨੀ ਉਹਦੀ ਉਮਰ ਭਾਵੇਂ ਕਾਫੀ ਹੋਣ ਦੇ ਬਾਵਜੂਦ ਵੀ 60-70 ਦੇ ਵਿੱਚ ਪਹੁੰਚਣ ਦੇ ਬਾਵਜੂਦ ਉਮਰ ਉਹਦੀ 40 ਦੇ ਕਰੀਬ ਫੇਸ ਤੋਂ ਜੋ ਲੱਗਦੀ ਹੈ। ਵੱਡੀ ਗੱਲ ਇਹ ਕਿ ਇਹ ਨਾ ਹੋਏ ਕਿ ਘੰਟਿਆਂ ਬੱਧੀ ਪਪੀਤਾ ਰਗੜੀ ਜਾਓ। ਰੱਬ ਦਾ ਵਾਸਤਾ ਜੇ ਮੈਂ ਟਾਈਮ ਸਿਰਫ 5 ਮਿੰਟ ਕਿਹਾ। ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖ ਰਹੇ ਸਾਡੇ ਸਾਰੇ ਪਿਆਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਤੇ ਅੱਜ ਸਭ ਤੋਂ ਪਹਿਲਾਂ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਅਸੀਂ ਪੂਰੇ ਟਾਈਮ ਤੇ ਇਸ ਪ੍ਰੋਗਰਾਮ ਦਾ ਜਿਹੜਾ ਟਾਈਮ ਹੈ ਉਸ ਟਾਈਮ ਦੇ ਮਿੱਥੇ ਸਮੇਂ ਦੇ ਮੁਤਾਬਿਕ ਅਸੀਂ ਤੁਹਾਡੇ ਨਾਲ ਜੁੜ ਰਹੇ ਹਾਂ ਖਾਲਸ ਖਾਣਾ ਪ੍ਰੋਗਰਾਮ ਲੈ ਕੇ। ਡਾਕਟਰ ਹਰਸ਼ਿੰਦਰ ਕੌਰ ਸਾਡੇ ਖਾਸ ਮਹਿਮਾਨ ਇਸ ਪ੍ਰੋਗਰਾਮ ਦੇ, ਉਹ ਵੀ ਸਾਡੇ ਨਾਲ ਜੁੜ ਚੁੱਕੇ ਨੇ। ਤੇ ਜਿਵੇਂ ਆਪਾਂ ਪਿਛਲੀ ਵਾਰੀ ਤੁਹਾਨੂੰ ਦੱਸਿਆ ਸੀ ਕਿ ਪਿਛਲੇ ਪ੍ਰੋਗਰਾਮ ਦੇ ਵਿੱਚ ਆਪਾਂ ਪਪੀਤੇ ਦੇ ਗੁਣਾਂ ਬਾਰੇ ਗੱਲ ਕੀਤੀ ਸੀ। ਡਾਕਟਰ ਸਾਹਿਬ ਨੇ ਦੱਸਿਆ ਸੀ ਕਿ ਕਿਵੇਂ ਪਪੀਤਾ ਇੱਕ ਵੱਡੀ ਨਿਆਮਤ ਹੈ ਕੁਦਰਤ ਦੀ, ਕਿੰਨੇ ਗੁਣ ਹੈਗੇ ਨੇ ਪਪੀਤੇ ਦੇ ਵਿੱਚ, ਤੇ ਇੰਨੇ ਜ਼ਿਆਦਾ ਗੁਣ ਨੇ ਕਿ ਇੱਕ ਪ੍ਰੋਗਰਾਮ ਦੇ ਵਿੱਚ ਅਸੀਂ ਦੱਸ ਨਹੀਂ ਸਕੇ। ਸੋ ਡਾਕਟਰ ਸਾਹਿਬ ਆਪਣੇ ਨਾਲ ਅੱਜ ਫਿਰ ਇਸ ਪ੍ਰੋਗਰਾਮ ਦੇ ਵਿੱਚ ਪਪੀਤੇ ਬਾਰੇ ਜਿਹੜੇ ਰਹਿੰਦੇ ਗੁਣ ਸੀਗੇ, ਰਹਿੰਦੇ ਉਹਦੇ ਜਿਹੜੇ ਖਜ਼ਾਨੇ ਸੀ, ਉਹ ਦੱਸਣ ਦੇ ਲਈ ਅੱਜ ਫਿਰ ਸਾਡੇ ਨਾਲ ਜੁੜੇ ਨੇ। ਡਾਕਟਰ ਹਰਸ਼ਿੰਦਰ ਕੌਰ ਜੀ, ਬਹੁਤ-ਬਹੁਤ ਸਵਾਗਤ ਹੈ ਖਾਸ ਪ੍ਰੋਗਰਾਮ ਖਾਲਸ ਖਾਣਾ ਦੇ ਵਿੱਚ ਸਾਡੇ ਨਾਲ ਜੁੜਨ ਦੇ ਲਈ। ਜੀ ਬਹੁਤ-ਬਹੁਤ ਧੰਨਵਾਦ, ਤੇ ਬਹੁਤ ਜ਼ਿਆਦਾ ਧੰਨਵਾਦ ਸਾਰੇ ਸਰੋਤਿਆਂ ਦਾ ਜਿਨ੍ਹਾਂ ਨੇ ਇੰਨੇ ਬਿਆਨਤ ਫੋਨ ਕਰਕੇ ਧੰਨਵਾਦ ਕੀਤਾ ਕਿ ਪ੍ਰੋਗਰਾਮ ਸਾਨੂੰ ਬਹੁਤ ਪਸੰਦ ਹੈ। ਸ਼ੁਕਰ ਹੈ ਸਾਰਿਆਂ ਦਾ, ਧੰਨਵਾਦ ਕਰਦੇ ਹਾਂ। ਮੈਨੂੰ ਬੜੇ ਸਵਾਲ ਇਹ ਵੀ ਆਏ ਸਨ ਕਿ ਤੁਸੀਂ ਅਖੀਰ ਕੀਤਾ ਜੇ ਮਰਦਾਨਗੀ ਉੱਤੇ ਬਾਰੇ ਤਾਂ ਜ਼ਰੂਰ ਹੀ ਦੱਸੋ। ਬਿਲਕੁਲ। ਉਸੇ ਤਰ੍ਹਾਂ ਜਿਵੇਂ ਆਪਾਂ ਗੱਲ ਪਿਛਲੀ ਵਾਰ ਸ਼ੁਰੂ ਕੀਤੀ ਸੀ ਕਿ ਇਹ ਦੇਵਤਿਆਂ ਦਾ ਫਲਾਂ ਦਾ ਸ਼ਹਿਨਸ਼ਾਹ, ਸੋ ਇਹ ਆਪਾਂ ਤੋਰਦੇ ਹਾਂ। ਜਿੰਨੀਆਂ ਗੱਲਾਂ ਪਿੱਛੇ ਕੀਤੀਆਂ ਤੇ ਮੈਂ ਉਮੀਦ ਕਰਦੇ ਹਾਂ ਕਿ ਬਹੁਤ ਸਾਰੇ ਸਾਡੇ ਸਰੋਤਿਆਂ ਨੇ ਇਹਨੂੰ ਫਾਰਵਰਡ ਕੀਤਾ ਹੋਏਗਾ ਤਾਂ ਕਿ ਸਾਰੇ ਜਣੇ ਇਸ ਤੋਂ ਫਾਇਦਾ ਚੁੱਕ ਸਕਣ। ਜੀ ਗੱਲ ਕਰਦੇ ਹਾਂ ਆਪਾਂ ਖੋਜ, ਸਿੱਧਾ ਹੀ ਸ਼ੁਰੂ ਕਰਦੇ ਹਾਂ ਉੱਥੋਂ ਹੀ, ਕਿਉਂਕਿ ਇਸ ਬਾਰੇ ਬਹੁਤ ਸਵਾਲ ਪੁੱਛੇ ਗਏ ਕਿ ਬਹੁਤ ਦਰਅਸਲ ਸੜਕਾਂ ਦੇ ਕਿਨਾਰਿਆਂ ਤੋਂ ਲੈ ਕੇ ਵੱਡੇ-ਵੱਡੇ ਹਸਪੀਟਲਸ ਵਿੱਚ ਭੀੜ ਲੱਗੀ ਹੋਈ ਹੈ ਇਸ ਵਿਸ਼ੇ ਤੇ। ਬੜਾ ਸੈਂਸਿਟਿਵ ਜਿਹਾ ਨਾਜ਼ੁਕ ਵਿਸ਼ਾ ਹੈ ਮਰਦਾਨਗੀ ਦਾ। ਜਿਹੜੀ ਖੋਜ ਕੀਤੀ ਗਈ ਸੀ ਉਹ ਕੀਤੀ ਗਈ ਸੀ ਸਭ ਤੋਂ ਪਹਿਲੀ ਲੰਗੂਰਾਂ ਉੱਤੇ। ਜੀ ਉਹਦੇ ਵਿੱਚ ਇਹ ਦੇਖਿਆ ਗਿਆ ਕਿ ਜਿਹੜੇ ਲੰਗੂਰਾਂ ਨੂੰ ਪਪੀਤੇ ਖਾਣ ਲਈ ਦਿੱਤੇ ਗਏ ਸਨ ਉਹਨਾਂ ਦੀ ਮਰਦਾਨਗੀ ਵਧੀ ਹੋਈ ਲੱਭੀ। ਉਸ ਤੋਂ ਬਾਅਦ ਫਿਰ ਇਸ ਦੀ ਦਵਾਈ ਬਣਾ ਕੇ ਪਪੀਤੇ ਤੋਂ ਇਹ ਇਨਸਾਨਾਂ ਉੱਤੇ ਉਹੀ ਖੋਜ ਫਿਰ ਆਰੰਭੀ ਗਈ। ਜੀ ਤਾਂ ਦੇਖਿਆ ਗਿਆ ਕਿ 30 ਤੋਂ 35% ਜਿਹੜੇ ਇਹੋ ਜਿਹੀ ਬਿਮਾਰੀ ਤੋਂ ਪੀੜਤ ਸਨ ਉਹਨਾਂ ਵਿੱਚ ਮਰਦਾਨਗੀ ਵਧਣ ਦੇ ਅੰਸ਼ ਲੱਭੇ ਗਏ। ਸੋ ਇਹ ਕਿਹਾ ਗਿਆ ਕਿ ਹਾਲੇ ਕਿੰਨੀ ਡੋਜ਼ ਤੇ ਕਿੰਨੀ ਦੇਰ ਖਾਣ ਬਾਰੇ ਖੋਜ ਪੂਰੀ ਸੰਪੂਰਨ ਨਹੀਂ ਹੋਈ, ਪਰ ਜੋ ਜਾਨਵਰਾਂ ਤੇ ਕੀਤੀ ਖੋਜ ਸੀ ਜੀ 6 ਮਹੀਨੇ ਬਾਅਦ ਇਹਦਾ ਕਾਫੀ ਤਗੜਾ ਅਸਰ ਦਿਸਿਆ ਸੀ। ਪਰ ਜਿਹੜੀ ਇਨਸਾਨਾਂ ਤੇ ਖੋਜ ਹੋਈ ਉਹ ਸਿਰਫ ਕੀਤੀ ਹੀ 2.5 ਮਹੀਨੇ ਸੀ। ਸੋ ਬਿਹਤਰ ਹੈ ਕਿ ਮੇਰਾ ਖਿਆਲ ਕਿ ਲੰਮੇ ਸਮੇਂ, ਕਿਉਂਕਿ ਪਪੀਤਾ ਖਾਣ ਵਿੱਚ ਕੋਈ ਇੰਨਾ ਨੁਕਸਾਨ ਵੀ ਨਹੀਂ,
ਜੇ ਖਾਧਾ ਜਾਏ ਤਾਂ ਜ਼ਰੂਰ ਇਸ ਦੇ ਚੰਗੇ ਅਸਰ ਵੇਖੇ ਜਾ ਸਕਦੇ ਨੇ, ਜੋ ਕਿ ਆਈਡੀਅਲ ਜੋ ਇਹਨਾਂ ਦਾ ਖਾਣ ਦਾ ਗਿਣਦੇ ਨੇ ਉਹ 3 ਵੱਡੀਆਂ ਫਾੜੀਆਂ ਤੇ ਹੀ ਇਹ ਅਸਰ ਵੇਖਿਆ ਗਿਆ ਸੀ। ਜੀ ਜੀ। ਜਿੱਥੋਂ ਤੱਕ ਡੇਂਗੂ ਬੁਖਾਰ, ਬਹੁਤ ਸਾਰੇ ਜਿਹੜੇ ਹਕੀਮ ਨੇ ਉਹ ਵਰਤਦੇ ਰਹੇ ਨੇ ਕਿ ਪਪੀਤੇ ਦੇ ਪੱਤਿਆਂ ਦਾ ਰਸ ਬਣਾ ਕੇ ਡੇਂਗੂ ਬੁਖਾਰ ਦੇ ਵਿੱਚ ਉਹ ਵਰਤਦੇ ਸੀ। ਸਿਰਫ 2 ਖੋਜਾਂ ਹੋਈਆਂ ਨੇ ਜਿਨ੍ਹਾਂ ਵਿੱਚ ਪਲੇਟਲੈਟ ਸੈੱਲਾਂ ਤੇ ਅਸਰ ਵੇਖਿਆ ਵਧੇ ਹੋਇਆਂ, ਤੇ ਸਿਰਫ 2 ਹੀ ਖੋਜਾਂ ਨੇ, ਉਹ ਵੀ ਆਯੁਰਵੈਦਿਕ ਸੈਂਟਰਸ ਵਿੱਚ ਹੋਈਆਂ। ਐਲੋਪੈਥਿਕ ਖੋਜ ਹਾਲੇ ਤੱਕ ਨਹੀਂ ਹੋਈ। ਸੋ ਮੈਂ ਉਸ ਬਾਰੇ ਕਿਉਂਕਿ ਮੇਰਾ ਪੇਸ਼ਾ ਐਲੋਪੈਥੀ ਦਾ, ਮੈਂ ਪੂਰਨ ਰੂਪ ਵਿੱਚ ਨਹੀਂ ਦੱਸ ਸਕਦੀ, ਪਰ ਜੇ ਇੱਕ ਵੀ ਖੋਜ ਵਿੱਚ ਇਹੋ ਜਿਹੀ ਚੀਜ਼ ਲੱਭੀ ਹੈ ਤੇ ਪੁਰਾਣੇ ਸਮਿਆਂ ਵਿੱਚ ਇਹਨੂੰ ਵਰਤਦੇ ਵੀ ਰਹੇ ਨੇ, ਕਿਉਂਕਿ ਡੇਂਗੂ ਬੁਖਾਰ ਬਹੁਤਾ ਪੁਰਾਣਾ ਵੀ ਨਹੀਂ ਜਦੋਂ ਲੱਭਿਆ ਗਿਆ ਹੋਏ, ਪਰ ਜੇ ਇਹਦੇ ਨਾਲ ਕਿਸੇ ਨੂੰ ਫਾਇਦਾ ਹੁੰਦਾ ਹੈ ਤਾਂ ਲੈਣ ਵਿੱਚ ਕੋਈ ਹਰਜ਼ ਵੀ ਨਹੀਂ। ਜੀ ਬਿਲਕੁਲ। ਹੁਣ ਜਿੱਥੇ ਤੱਕ ਗੁਰਦੇ ਦੀ ਗੱਲ ਹੈ, ਬੜੇ ਸਾਰੇ ਅਸਰ ਤੇਜ਼ ਦਵਾਈਆਂ ਨਾਲ ਗੁਰਦਿਆਂ ਉੱਤੇ ਹੋ ਜਾਂਦੇ ਨੇ। ਸੋ ਉਸ ਕੇਸ ਵਿੱਚ ਜੋ ਸਾਡੀ ਇਸ ਵੇਲੇ ਜੋ ਖੋਜ ਹੋਈ ਹੈ ਉਹ ਦੇਖਣ ਵਿੱਚ ਆਇਆ ਕਿ ਤਾਂ ਰੈਗੂਲਰ ਖਾਧਾ ਜਾਏ ਤਾਂ ਗਰਮ ਜਾਂ ਤੇਜ਼ ਦਵਾਈਆਂ ਦੇ ਮਾੜੇ ਅਸਰ ਗੁਰਦੇ ਉੱਤੇ ਹੋਣ ਤੋਂ ਘਟ ਜਾਂਦੇ ਨੇ ਜੀ, ਯਾਨੀ ਅਸਰ ਘਟੇ ਹੋਏ ਹੁੰਦੇ ਨੇ। ਠੀਕ ਹੈ। ਸੋ ਉਹਨਾਂ ਵਿੱਚ ਵੀ ਪਪੀਤਾ ਖਾਣ ਵਿੱਚ ਕੋਈ ਨੁਕਸਾਨ ਨਹੀਂ। ਜੇ ਤੁਹਾਨੂੰ ਕੁਝ ਗੁਰਦੇ ਦਾ ਰੋਗ ਹੈ ਤਾਂ ਹਲਕਾ ਥੋੜਾ ਬਹੁਤ ਸ਼ੁਰੂ ਹੋਇਆ ਤਾਂ ਰੈਗੂਲਰ ਪਪੀਤਾ ਖਾਂਦੇ ਰਹੋ ਤਾਂ ਕਿ ਕਿਸੇ ਵੀ ਦਵਾਈ ਨਾਲ ਕੋਈ ਮਾੜਾ ਅਸਰ ਨਾ ਹੋਏ। ਪਰ ਫਿਰ ਵੀ ਗੌਰ ਰੱਖਿਆ ਜਾਵੇ ਕਿ ਕੋਈ ਵੀ ਦਵਾਈ ਜਿਸਨੂੰ ਗੁਰਦੇ ਦਾ ਰੋਗ ਹੈ ਬਿਲਕੁਲ ਵੀ ਬਿਨਾਂ ਡਾਕਟਰੀ ਸਲਾਹ ਦੇ ਨਹੀਂ ਲੈਣੀ ਚਾਹੀਦੀ। ਇਹ ਪਹਿਲੇ ਰੂਪ ਵਿੱਚ ਆਪਾਂ ਬੜੀ ਵਾਰ ਕਹਿ ਚੁੱਕੇ ਹਾਂ। ਦੂਜੀ ਚੀਜ਼, ਸ਼ੈਂਪੂ ਅੱਜ ਕੱਲ ਮੇਰੇ ਕੋਲ ਜੇ ਅੱਜ ਆਪਾਂ ਲਾਈਵ ਹੁੰਦੇ ਮੈਂ ਦਿਖਾਉਣਾ ਚਾਹੁੰਦੀ ਸੀ ਤੁਹਾਨੂੰ, ਜੋ ਕਿ ਮੈਂ ਅਮਰੀਕਾ ਤੋਂ ਖਰੀਦਿਆ ਵੀ ਸੀ। ਮੈਨੂੰ ਆਪ ਹੀ ਸ਼ਰਮਿੰਦਗੀ ਆਉਂਦੀ ਹੈ ਦੱਸਦੇ, ਕਿਉਂਕਿ ਮੈਂ ਉੱਥੋਂ ਆਉਂਦੀ ਹੋਈ ਲੈ ਤਾਂ ਆਈ ਵੀ ਇਹ ਆਰਗੈਨਿਕ ਪੜ੍ਹ ਕੇ ਕਿ ਦੇਖਦੇ ਆ ਕੀ ਅਸਰ ਹੁੰਦਾ ਸਾਡੇ ਤੇ ਉਹਦੇ ਚ। ਪਰ ਹੈਰਾਨੀ ਇਹ ਹੋਈ ਜਦੋਂ ਮੈਂ ਆ ਕੇ ਪੜ੍ਹਿਆ ਕਿ ਉਹਦੇ ਵਿੱਚ ਜਿਹੜੇ ਕੰਟੈਂਟਸ ਲਿਖੇ ਹੁੰਦੇ ਉਹਦੇ ਚ ਲਿਖਿਆ ਸੀ ਪਪੀਤਾ। ਬੜੀ ਹੈਰਾਨੀ ਹੋਈ ਵੀ ਇੰਨਾ ਮਹਿੰਗਾ ਸ਼ੈਂਪੂ ਪਪੀਤੇ ਦਾ ਹੀ ਜੇ ਬਣਿਆ ਸੀ ਤੇ ਕਿਉਂ ਖਰੀਦਣਾ। ਫਿਰ ਆ ਕੇ ਮੈਂ ਅਸਲ ਵਿੱਚ ਦੇਖਿਆ ਤਾਂ ਸਾਡੇ ਇੱਥੇ ਭਾਰਤ ਵਿੱਚ ਵੀ ਜਿੰਨੇ ਸਿਕਰੀ ਵਾਲੇ ਸ਼ੈਂਪੂ ਬਣਾਏ ਗਏ ਨੇ, ਤੁਸੀਂ ਹੈਰਾਨ ਹੋ ਗਏ, ਹਰ ਇੱਕ ਵਿੱਚ ਪਪੀਤੇ ਦੇ ਰਸ ਪਾਏ ਜਾਂਦੇ ਨੇ। ਸੋ ਅਸੀਂ ਇੱਕ ਖੋਜ ਆਰੰਭੀ ਇੱਥੇ ਰਜਿੰਦਰਾ ਹਸਪੀਟਲ ਵਿੱਚ। ਹੁਣ ਮੈਂ ਆਪਣੀ ਇੱਕ ਖੋਜ ਨਾਲ ਤੁਹਾਨੂੰ ਸਾਂਝ ਪਾਉਣਾ ਚਾਹੁੰਦੀ ਹਾਂ, ਕਿਉਂਕਿ ਇਹ ਕੋਈ ਏਡੀ ਵੱਡੀ ਖੋਜ ਨਹੀਂ ਸੀ। ਤਾਂ ਬੱਚਿਆਂ ਵਿੱਚ ਜਿਨ੍ਹਾਂ ਨੂੰ ਸਿਕਰੀ ਸੀ, ਅਸੀਂ ਕਹਿਣਾ ਸ਼ੁਰੂ ਕੀਤਾ ਕਿ ਤੁਸੀਂ ਪਪੀਤੇ ਦਾ ਰਸ ਜਿਹੜਾ ਕੱਢਦੇ ਹੋ ਨਹਾਉਣ ਤੋਂ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਸਿਰ 'ਚ ਝੱਸ ਕੇ ਤੇ ਅੱਧੇ ਘੰਟੇ ਬਾਅਦ ਸਿਰ ਬੱਚੇ ਦਾ ਧੁਆ ਦੇਣਾ। ਤਾਂ ਤੁਸੀਂ ਹੈਰਾਨ ਹੋ, ਜੀ ਜੀ ਅਸੀਂ ਕੋਈ, ਕਿਉਂਕਿ ਮੈਂ ਬੱਚਿਆਂ ਦੀ ਡਾਕਟਰਾਂ ਸੀ ਉਹਦੇ ਉੱਤੇ ਹੀ ਇਹਦੇ ਨਾਲ ਕੋਈ ਨੁਕਸਾਨ ਨਹੀਂ ਸੀ ਹੋਣਾ। ਸੋ ਕੋਸ਼ਿਸ਼ ਕੀਤੀ ਕਿ ਜੇ ਇਹ ਬਾਹਰ ਵਰਤ ਰਹੇ ਨੇ ਤੇ ਇੱਥੇ ਵੀ ਵਰਤਿਆ ਜਾ ਰਿਹਾ ਤਾਂ ਸਿੱਧਾ ਪਪੀਤਾ ਲਾਉਣ ਨੂੰ ਕਿਉਂ ਆਪਾਂ ਇੰਨਾ ਖਰਚਾ ਕਰਾਣਾ, ਇਹੀ ਲਾ ਕੇ ਦੇਖ ਲੈਂਦੇ ਹਾਂ। ਬਿਲਕੁਲ। ਸੋ ਦੇਖਿਆ ਅਸੀਂ, ਜੋ ਸਾਡੀ ਨਜ਼ਰੀ ਆਇਆ ਕਿ ਉਹਨਾਂ ਸਾਰਿਆਂ ਵਿੱਚ ਹੀ ਸਿਕਰੀ 'ਚ ਫਾਇਦਾ ਦਿਸਿਆ। ਪਰ ਇਹ ਸੀ ਕਿ ਕੁਝ ਚਿਰ ਬਾਅਦ ਜਿਵੇਂ ਮਾਪੇ ਛੱਡ ਜਾਂਦੇ ਸਨ ਕਿ 3 ਮਹੀਨੇ ਵਰਤ ਲਿਆ ਜੀ ਛੱਡਤਾ, ਤਾਂ ਦੁਬਾਰਾ ਫਿਰ ਸਿਕਰੀ ਖੜੀ ਹੋ ਜਾਂਦੀ ਸੀ। ਸੋ ਇਹਦਾ ਮਤਲਬ ਹੈ ਜੇ ਲੰਬੇ ਸਮੇਂ ਤੱਕ ਜਿਨ੍ਹਾਂ ਨੂੰ ਸਿਕਰੀ ਹੈ ਤਾਂ ਉਹ 6-7 ਮਹੀਨੇ ਲਗਾਤਾਰ ਜੇ ਇਹ ਪਪੀਤੇ ਨੂੰ ਝੱਸ ਕੇ ਉਸ ਤੋਂ ਬਾਅਦ ਸਿਰ ਨਹਾਉਂਦੇ ਰਹਿਣ ਤਾਂ ਜ਼ਰੂਰ ਇਸ 'ਚੋਂ ਫਾਇਦਾ ਲੈ ਸਕਦੇ ਨੇ। ਸੋ ਜੇ ਕਿਸੇ ਨੂੰ ਇਹਦੇ ਵਿੱਚ ਕੁਝ ਹੋਰ ਚੀਜ਼ਾਂ ਪਾ ਕੇ, ਜਿਵੇਂ ਕਈ ਲੋਕ ਓਲਿਵ ਆਇਲ ਵਿੱਚ ਮਿਕਸ ਕਰ ਲੈਂਦੇ ਨੇ, ਕਈ ਵਰਜਿਨ ਖੋਪੇ ਦਾ ਤੇਲ ਮਿਕਸ ਕਰਕੇ, ਜੋ ਮੈਨੂੰ ਕਿਸੇ ਨੇ ਦੱਸਿਆ ਕਿ ਅਸੀਂ ਉਹ ਮਿਲਾ ਕੇ ਲਾਇਆ ਤਾਂ ਸਾਡੇ 6 ਮਹੀਨਿਆਂ ਬਾਅਦ ਫਿਰ ਮੁੜ ਕੇ ਕਦੇ ਸਿਕਰੀ ਹੋਈ ਹੀ ਨਹੀਂ। ਸੋ ਜੇ ਇਹ ਚੀਜ਼ ਜਿਨ੍ਹਾਂ ਨੂੰ ਹੋਈ ਹੈ ਤਾਂ ਮੇਰਾ ਖਿਆਲ ਹੈ ਅਜ਼ਮਾਨ ਵਿੱਚ ਕੋਈ ਹਰਜ਼ ਨਹੀਂ, ਕੋਈ ਮਾੜਾ ਅਸਰ ਹੀ ਨਹੀਂ। ਕਿਉਂਕਿ ਇਹਦੇ ਵਿੱਚ ਦੇਖੋ, ਇੱਕ 100 ਗ੍ਰਾਮ ਪਪੀਤਾ ਜਦੋਂ ਅਸੀਂ ਲੈਂਦੇ ਹਾਂ ਲਗਭਗ 39-40 ਕੈਲੋਰੀਆਂ ਹੁੰਦੀਆਂ ਨੇ। ਲਗਭਗ 5.9 ਗ੍ਰਾਮ ਉਸ 'ਚ ਮਿੱਠਾ ਹੁੰਦਾ ਜੇ, 1.8 ਗ੍ਰਾਮ ਫਾਈਬਰ ਹੈ, ਕੋਈ ਲਗਭਗ 9.9 ਦੇ ਕਰੀਬ ਗ੍ਰਾਮ ਕਾਰਬੋਹਾਈਡਰੇਟ ਹੈ, ਪ੍ਰੋਟੀਨ 0.6 ਹੈ, ਵਿਟਾਮਿਨ A, B1, B2, B3, 6, ਵਿਟਾਮਿਨ C, ਕੈਲਸ਼ੀਅਮ, ਫੋਲੇਟ, ਵਿਟਾਮਿਨ E, K,
ਲੋਹ ਕਣ, ਮੈਗਨੀਸ਼ੀਅਮ, ਫਾਸਫੋਰਸ, ਪੋਟਾਸ਼ੀਅਮ, ਜ਼ਿੰਕ, ਸੋਡੀਅਮ, ਯਾਨੀ ਬੇਅੰਤ ਸਾਰਾ ਕੁਝ ਹੀ ਚੀਜ਼ਾਂ। ਹੈ। ਬਿਲਕੁਲ। ਜੀ। ਸੋ ਦੇਖੋ, ਮੇਰਾ ਖਿਆਲ ਇੰਨਾ ਕੁਝ ਜੋ ਹੈ, ਸਾਨੂੰ ਇੱਕ ਚੀਜ਼ ਤਾਂ ਸਮਝ ਆ ਜਾਂਦੀ ਹੈ ਕਿ ਜਿਸਨੇ ਵੀ ਆਪਣੇ ਚਿਹਰੇ ਦੀ ਰੌਣਕ ਬਰਕਰਾਰ ਰੱਖਣੀ ਹੋਏ, ਹੁਣ ਮੈਂ ਤੁਹਾਨੂੰ ਇਹਦੇ ਜਦੋਂ ਰੇਟ ਦੱਸਾਂਗੀ, ਜਿਵੇਂ ਦੇ ਫੇਸ ਪੈਕ ਸਾਰੇ ਨੇ, ਤੁਸੀਂ ਹੈਰਾਨ ਹੀ ਹੋ ਜਾਓਗੇ। ਕਿੰਨੀ ਲੁੱਟ ਮਚਾਈ ਹੈ। ਬਿਲਕੁਲ। ਹਾਂ। ਇਹਦੇ ਅੱਛਾ, ਹੁਣ ਉਹਦੇ ਉੱਤੇ ਕੰਟੈਂਟਸ ਜੋ ਫੇਸ ਪੈਕ ਸਾਰੇ ਨੇ ਪਪੀਤੇ ਦੇ ਬਣੇ, ਬਾਹਰ ਵੱਡੇ ਵੱਡੇ ਉਹਦੇ ਐਡਵਰਟਾਈਜ਼ਮੈਂਟ ਹੈ, ਵਿਟਾਮਿਨ ਸੀ ਹੈ, ਈ ਹੈ, ਬੀਟਾ ਕੈਰੋਟਿਨ, ਐਂਟੀਆਕਸੀਡੈਂਟ ਹੈ, ਇਹ ਆਰਗੈਨਿਕ ਹੈ, ਕੁਦਰਤੀ ਹੈ, ਇਸ ਕਰਕੇ ਇਹ $250 ਦਾ ਇੱਕ ਫੇਸ ਪੈਕ ਮਿਲੇਗਾ। ਜੀ। ਸੋ ਉਹਦੇ ਵਿੱਚ ਸਿਰਫ ਤੇ ਸਿਰਫ ਪਪੀਤਾ ਹੀ ਹੁੰਦਾ, ਜੇ ਉਹਨੂੰ ਪੀਸ ਕੇ ਲੇਪ ਬਣਾਇਆ ਹੁੰਦਾ, ਜੋ ਉਹਨੂੰ ਡਰਾਈ ਕਰਕੇ ਉਹਦੇ ਲਾਣ ਨਾਲ। ਅਸਲ 'ਚ ਜੇ ਤਾਜ਼ਾ ਪਪੀਤਾ ਲਾਇਆ ਜੇ, ਜੋ ਕਿ ਮੈਂ ਬਾਅਦ ਵਿੱਚ ਦੱਸਾਂਗੀ ਕਿਸ ਤਰੀਕੇ ਲਾਣਾ ਜੇ, ਤਾਂ ਉਹਦੇ ਵਿਚਲੇ ਨਾਲ ਸ਼ਰਤ ਵੀ ਰੱਖਾਂਗੇ। ਸ਼ਰਤ ਤਾਂ ਸਾਡੀ ਹਮੇਸ਼ਾ ਹੀ ਰਹਿਣੀ ਹੈ। ਦੇਖੋ ਜੀ, ਅਸਰ ਬਿਲਕੁਲ ਨਹੀਂ ਜੇ ਹੋਣਾ, ਚੁਰੜੀਆਂ ਸਗੋਂ ਵੱਧ ਜਾਣੀਆਂ ਜੇ ਤੁਸੀਂ ਨਾ ਸ਼ੇਅਰ ਕੀਤਾ। ਬਿਲਕੁਲ। ਹਾਂ। ਤਾਂ ਦੇਖੋ, ਇੱਕ ਤਾਂ ਇਹ ਜੋ ਖੋਜ ਦੱਸਦੀ ਜੇ, ਮੇਰੀ ਕੋਈ ਗਰੰਟੀ ਨਹੀਂ, ਪਰ ਖੋਜ ਦੱਸਦੀ ਜੇ ਕਿ ਮੂੰਹ ਤੇ ਤਾਜ਼ਾ ਪਪੀਤਾ ਜੋ ਲਾਣ ਦਾ ਢੰਗ ਅੱਗੇ ਆਪਾਂ ਦੱਸਦੇ ਹਾਂ, ਹਾਂਜੀ। ਇਹਨੂੰ ਲਾਇਆ ਜਾਵੇ ਤਾਂ ਘੱਟੋ ਘੱਟ 5 ਸਾਲ ਛੋਟੀ ਉਮਰ ਦਿਸਣ ਲੱਗ ਜਾਂਦੀ ਜੇ, ਚਿਹਰੇ ਦੀ ਰੌਣਕ ਬਰਕਰਾਰ ਹੋ ਜਾਂਦੀ ਜੇ। ਇਹਨੂੰ ਲੇਪ ਲਾਣ ਨਾਲ ਕਿੰਨੀ ਦੇਰ ਲਾਣਾ ਆਪਾਂ ਦੱਸਦੇ ਹਾਂ, ਪਹਿਲਾਂ ਇਹਦੇ ਫਾਇਦੇ ਗਿਣ ਲਈਏ। ਜੀ ਜੀ। ਉਹ ਝੁਰੜੀਆਂ ਖਤਮ ਕਰਨੀਆਂ ਤੇ ਦੇਰ ਨਾਲ ਆਉਣੀਆਂ, ਜੋ ਕਿ ਮੈਂ ਨਾਮ ਨਹੀਂ ਲੈਣਾ ਚਾਹੁੰਦੀ, ਇੱਕ ਨਾਮਵਰ ਪੁਰਾਣੀ ਸਾਡੀ ਬਾਲੀਵੁੱਡ ਹੀਰੋਇਨ ਵੀ ਹੈ, ਜਿਸਨੇ ਇਹੀ ਕੱਲਿਆ ਵਰਤ ਕੇ, ਕੇਲਾ ਤੇ ਪਪੀਤਾ ਵਰਤ ਕੇ ਹੀ ਹੁਣ ਤੱਕ, ਯਾਨੀ ਉਹਦੀ ਉਮਰ ਭਾਵੇਂ ਕਾਫੀ ਹੋਣ ਦੇ ਬਾਵਜੂਦ ਵੀ, 60-70 ਦੇ ਵਿੱਚ ਪਹੁੰਚਣ ਦੇ ਬਾਵਜੂਦ, ਉਮਰ ਉਹਦੀ 40 ਦੇ ਕਰੀਬ ਫੇਸ ਤੋਂ ਜੋ ਲੱਗਦੀ ਹੈ, ਕਾਰਨ ਇਹ ਦੋ ਚੀਜ਼ਾਂ ਸੀ। ਸੋ ਮੈਂ ਜ਼ਰੂਰ ਇਹਦੇ ਬਾਰੇ ਵੀ ਅੱਗੋਂ ਦੱਸਾਂਗੀ। ਜੇ ਵੱਡੀ ਚੀਜ਼ ਮੈਂ ਦੱਸ ਦਿਆਂ, ਯੂਨੀਵਰਸਿਟੀ ਆਫ ਅਲਬਾਮਾ 'ਚ ਜੋ ਖੋਜ ਹੋਈ, ਜੋ ਪਿਛਲੀ ਵਾਰ ਵੀ ਕਿਹਾ ਸੀ ਆਪਾਂ ਗੱਲ ਕਰਾਂਗੇ, ਜੀ। ਚੂਹਿਆਂ ਉੱਤੇ ਸਭ ਤੋਂ ਪਹਿਲੀ ਖੋਜ ਕੀਤੀ ਗਈ। ਇਹ ਦੇਖਿਆ ਕਿ ਜਿਹੜੇ ਚੂਹਿਆਂ ਨੂੰ ਉਹਨਾਂ ਨੇ ਤਣਾਅ ਦਿੱਤਾ ਸੀ, ਮਤਲਬ ਅਲੱਗ-ਅਲੱਗ ਆਵਾਜ਼ਾਂ ਨਾਲ, ਜਾਂ ਉਹਨਾਂ ਦੇ ਫਿਰ ਦੇਖੇ ਹਾਰਮੋਨ ਚੈੱਕ ਕੀਤੇ, ਉਹਨਾਂ ਦਾ ਸਾਰੇ ਬਲੱਡ ਸੈਂਪਲਸ ਲਏ, ਜੀ ਜੀ। ਉਸ ਤੋਂ ਬਾਅਦ ਉਹਨਾਂ ਨੂੰ ਸਾਰਿਆਂ ਨੂੰ ਦੇਖਿਆ ਕਿ 200 ਮਿਲੀਗ੍ਰਾਮ ਵਿਟਾਮਿਨ ਸੀ ਦਿੱਤਾ ਗਿਆ ਇਹਨਾਂ ਸਾਰਿਆਂ ਨੂੰ। ਠੀਕ ਹੈ। ਉਹਨਾਂ ਦੇਖਿਆ ਕਿ ਇਹਦੇ ਨਾਲ ਤਣਾਅ ਵਾਲੇ ਹਾਰਮੋਨਾਂ ਵਿੱਚ ਕਾਫੀ ਘੱਟ ਹੋਏ, ਜੋ ਉਹਨਾਂ ਨੂੰ ਅੰਸ਼ ਲੱਭੇ, ਤੇ ਕਿਹਾ ਵੀ ਇਹ ਮਨੁੱਖਾਂ ਤੇ ਖੋਜ ਆਰੰਭੀ ਹੈ। ਮੈਂ ਇਸ ਕਰਕੇ ਦੱਸ ਰਹੀ ਹਾਂ ਕਿ ਆਪਾਂ ਸਾਰੇ ਵੀ ਅੱਜ ਕੱਲ ਤਣਾਅ ਅਧੀਨ ਰਹਿੰਦੇ ਆ, ਤੇ ਗੋਲੀਆਂ ਖਾਣ ਨੂੰ ਤਰਜੀਹ ਦਿੰਦੇ ਆ ਕਿ ਆਪਾਂ ਵਿਟਾਮਿਨ ਸੀ ਦੀਆਂ ਗੋਲੀਆਂ ਚੱਬ ਲੈਂਦੇ ਆ, ਜਾਂ ਫਿਰ ਇਮਿਊਨਿਟੀ ਵਧਾਉਣ ਲਈ ਕੰਪਨੀਆਂ ਨੂੰ ਅਸੀਂ ਖਰਬਾਂ ਦਾ ਫਾਇਦਾ ਵੀ ਦੇ ਦਿੰਦੇ ਆ। ਪਰ ਖਿਆਲ ਰੱਖਿਓ, ਇੰਨਾ ਵਿਟਾਮਿਨ ਸੀ ਪਪੀਤੇ ਦੇ ਵਿੱਚ 2 ਫਾੜੀਆਂ ਵਿੱਚ ਤੁਹਾਨੂੰ ਆ ਜਾਂਦਾ ਜੇ, ਜੋ ਕਿ ਐਬਜ਼ੌਰਪਸ਼ਨ ਬੜੀ ਕਮਾਲ ਦੀ ਕਰਦਾ ਜੇ ਜੀ। ਆਰਾਮ ਨਾਲ ਹੌਲੀ ਹੌਲੀ ਛੋਟੇ ਛੋਟੇ ਉਹਦੇ ਟੋਟੇ ਕਰਕੇ ਰਿਲੈਕਸਡ ਖਾਣ ਦੇ ਨਾਲ ਤੇ ਸਿਰਫ 20 ਮਿੰਟ ਦੇ ਅੰਦਰ ਅੰਦਰ ਤੁਹਾਨੂੰ ਫਾਇਦਾ ਦਿਸ ਸਕਦਾ ਹੈ। ਸੋ ਜੇ ਥਕਾਨ ਲਾਉਣੀ ਹੋਏ ਤਾਂ ਬਾਹਰੋਂ ਆ ਕੇ ਇੱਕ ਪਲੇਟ ਭਰ ਕੇ ਪਪੀਤਾ ਖਾ ਲਓ, ਪਰ ਉਹਨੂੰ ਖਾਂਦਿਆਂ ਵੀ ਨਾਲ ਫੋਨ ਕਰਦਿਆਂ ਠਹਿਰ ਤੈਨੂੰ ਮੈਂ ਦੇਖਦਾ ਵਾਲੀ ਗੱਲ ਨਾ ਕਰਿਓ। ਇਸ ਤਰ੍ਹਾਂ ਨਹੀਂ ਜੇ ਪਪੀਤੇ ਨੇ ਅਸਰ ਪਪੀਤਾ ਹੀ ਖਾਇਓ। ਸੋ ਤੁਸੀਂ ਥੋੜਾ ਜਿਹਾ ਦੇਰ ਛੱਡ ਦਿਓ ਵੀ ਸਾਰੀ ਧਰਤੀ ਦਾ ਭਾਰ ਮੈਂ ਨਹੀਂ ਚੁੱਕਿਆ ਹੋਇਆ, ਮੈਂ ਨਹੀਂ ਸੀ ਤਾਂ ਵੀ ਕੰਮ ਚੱਲ ਰਿਹਾ ਸੀ, ਅੱਗੋਂ ਨਹੀਂ ਰਵਾਂਗਾ ਤਾਂ ਵੀ ਕੰਮ ਚੱਲਣਾ। ਮੈਂ ਜੇ ਜ਼ਿੰਦਗੀ ਲੰਮੀ ਕਰਨੀ ਹੈ, ਥਕਾਨ ਘਟਾਉਣੀ ਹੈ, ਟੈਨਸ਼ਨ ਘਟਾਉਣੀ ਹੈ, ਤੇ ਆਰਾਮ ਨਾਲ ਮੈਂ ਜੀ ਇੱਧਰੋਂ ਉੱਧਰੋਂ ਫੋਨ ਬੰਦ ਕਰਕੇ ਆਰਾਮ ਨਾਲ ਪਪੀਤਾ ਖਾ ਰਿਹਾ, ਇੱਕ ਪਲੇਟ ਮੈਂ 15 ਮਿੰਟ ਲਾ ਕੇ ਖਾਣੀ ਹੈ, ਤੇ ਦੇਖਿਓ ਤੁਹਾਨੂੰ ਕਿਆ ਕਮਾਲ ਦਾ ਅਸਰ ਦਿਸੇਗਾ। ਥਕਾਵਟ ਵੀ ਉਤਰੇਗੀ, ਤਣਾਅ ਵੀ ਘਟੇਗਾ। ਉਹਨੇ ਪਹਿਲੇ ਦਿਨ ਆਪਾਂ ਕਹੀਏ ਕਿ ਸਾਰਾ ਤਣਾਅ ਨਿਕਲ ਜਾਏ, ਮੈਂ ਵਾਰ-ਵਾਰ ਦੱਸ ਰਹੀ ਹਾਂ ਇਹੋ ਜਿਹਾ ਨਹੀਂ ਹੁੰਦਾ। ਰੈਗੂਲਰ ਕਰਨਾ ਤਾਂ ਹੀ ਤੁਹਾਨੂੰ ਫਾਇਦੇ ਦਿਸਦੇ ਨੇ। ਹੁਣ ਗੱਲ ਕਰੀਏ ਸਭ ਤੋਂ ਕਮਾਲ ਕਿ ਚਮੜੀ ਤੇ ਵਾਲਾਂ ਉੱਤੇ ਜੀ, ਜੋ ਕਿ ਇੱਕ ਮੇਜਰ ਇਹਦੇ ਫਾਇਦੇ ਨੇ। ਦੇਖੋ, ਇਸ ਵਿੱਚ ਜਿਵੇਂ ਮੈਂ ਪਿਛਲੀ ਵਾਰ ਵੀ ਜ਼ਿਕਰ ਕੀਤਾ ਸੀ, ਪੈਪੇਨ ਤੇ ਵਿਟਾਮਿਨ ਏ ਹੈ ਜੀ, ਜੋ ਚਮੜੀ ਵਿਚਲੇ ਸਾਡੇ ਮਰ ਚੁੱਕੇ ਸੈੱਲ ਜੋ ਉੱਪਰ ਹੌਲੀ ਹੌਲੀ ਸਾਡੀ ਪਰਤ ਖਰਾਬ ਕਰਦੇ ਨੇ, ਨਿੱਕੇ ਨਿੱਕੇ ਦਾਗ ਵੀ ਪਾ ਦਿੰਦੇ ਨੇ, ਉਹ ਟੁੱਟੇ ਹੋਏ ਸਾਰੇ ਪ੍ਰੋਟੀਨ ਨੂੰ ਝਾੜ ਜਾਣ ਵਿੱਚ ਤੇ ਉਹਦੀ ਰੌਣਕ ਬਰਕਰਾਰ ਰੱਖਣ ਲਈ ਪਪੀਤੇ ਦੇ ਅੱਜ ਕੱਲ ਸਕਰਬ ਮਿਲ ਰਹੇ ਨੇ, ਜੋ ਕਿ ਲਗਭਗ
ਇਹੀ 200 250 ਜਾਂ $270 ਦੇ ਕਰੀਬ ਦੇ ਆ ਰਹੇ ਨੇ, ਮਹਿੰਗੇ ਨੇ ਕਾਫੀ। ਈਵਨ ਇੰਡੀਆ 'ਚ ਵੀ ਇੱਕ ਨਾਮਵਰ ਕੰਪਨੀ ਜੋ ਕਿ ਆਰਗੈਨਿਕ ਦੇ ਨਾਂ ਹੇਠ ਵੇਚ ਰਹੀ ਹੈ, ਉਹ ਵੀ ਇਹਦੀ ਕੀਮਤ ਲਗਭਗ 1800 ਦੇ ਕਰੀਬ ਛੋਟਾ ਜਿਹਾ ਸਕਰਬ ਵੀ ਆਂਦਾ ਜੋ ਜਿਹਦੇ ਨਾਲ ਉਹ ਤੁਸੀਂ ਉਹ ਦੇ ਰਹੇ ਹੋ। ਬਿਲਕੁਲ $250 ਤਾਂ ਕਰੀਬ 15,000 ਦੇ ਨੇੜੇ ਤੇੜੇ ਚਲਾ ਗਿਆ। ਬਿਲਕੁਲ ਉਸੇ ਤਰ੍ਹਾਂ ਜਿਵੇਂ ਸਾਡੇ ਇੱਥੇ ਕੋਈ ਜੇ ਦਵਾਈ $1.5 ਦੀ ਹੈ ਤਾਂ ਉੱਥੇ $150 ਦੀ, ਜੋ ਕਿ ਮੇਰੇ ਆਪਣੇ ਜਮਾਤੀ ਨੇ ਜੋ ਬਾਹਰ ਅਮਰੀਕਾ 'ਚ ਜੋ ਦੱਸਦੇ ਰਹਿੰਦੇ ਨੇ ਇਹ ਕੀਮਤਾਂ ਨੇ, ਤੇ ਇੱਥੋਂ ਕਹਿੰਦੇ ਲਿਜਾਣ ਨੂੰ ਤਰਜੀਹ ਦਿੰਦੇ ਨੇ। ਸੋ ਇਸ ਕਦਰ ਯਾਨੀ ਇਹ ਚੀਜ਼ਾਂ ਨਾਲੋਂ ਸਿੰਪਲ ਸਿੱਧਾ ਪਪੀਤਾ ਲਾਓ, ਬਹੁਤ ਫਾਇਦਾ ਹੋ ਸਕਦਾ ਜੇ ਜੀ। ਲੂਣ ਇਸ ਪਪੀਤੇ 'ਚ ਨਾ ਬਰਾਬਰ ਹੈ, ਜਿਸ ਕਾਰਨ ਇਹ ਬਾ ਕਮਾਲ ਰੋਲ ਅਦਾ ਕਰਦਾ ਜੇ। ਸੋ ਇਹਦੇ ਨਾਲ ਖਾਣ ਨਾਲ ਸਰੀਰ ਅੰਦਰ ਪਾਣੀ ਵੀ ਘੱਟ ਜਮਾ ਹੁੰਦਾ, ਸੋ ਗੁਰਦੇ ਦੇ ਰੋਗੀ ਜਾਂ ਜਿਗਰ ਦੇ ਰੋਗੀ ਆਰਾਮ ਨਾਲ ਇਹਨੂੰ ਖਾ ਸਕਦੇ ਨੇ। ਬਲੱਡ ਪ੍ਰੈਸ਼ਰ ਦੇ ਰੋਗੀਆਂ ਲਈ ਬਹੁਤ ਫਾਇਦੇਮੰਦ ਹੈ। ਹੁਣ ਰੋਜ਼ ਜੋ ਮੈਂ ਨੁਸਖੇ ਦੱਸਣ ਲੱਗੀ ਆਂ, ਮੈਂ ਫਿਰ ਦੱਸ ਦਿਆਂ, ਬਿਲਕੁਲ ਅਜ਼ਮਾਈ ਜਾਓ, 6 ਮਹੀਨੇ ਅਸਰ ਨਹੀਂ ਜੇ ਕਰਨੇ ਜੇ ਸ਼ੇਅਰ ਨਹੀਂ ਕਰੋਗੇ। ਬਿਲਕੁਲ ਸ਼ਰਤਾਂ ਸਾਡੀਆਂ ਸੇਮ ਹੀ ਨੇ। ਕੱਚੇ ਪਪੀਤੇ ਦੀ ਪੇਸਟ ਬਣਾਓ ਜੀ, ਮੂੰਹ ਉੱਤੇ ਰੋਜ਼ 25 ਮਿੰਟ ਪਹਿਲਾਂ ਥੋੜਾ ਜਿਹਾ ਮਲ ਕੇ ਫਿਰ 25 ਮਿੰਟ ਰੱਖੋ। ਪਹਿਲਾਂ ਥੋੜਾ ਜਿਹਾ ਰਗੜਨਾ ਜ਼ਰੂਰੀ ਹੈ, 2-4 ਮਿੰਟ। ਕਿੱਲ, ਮੁਹਾਂਸੇ ਤੇ ਚਿਹਰੇ ਦੇ ਦਾਗ ਨੇ ਜਿਹੜੇ, ਇਹ ਤੁਹਾਡੇ 4 ਮਹੀਨਿਆਂ ਵਿੱਚ ਉੱਕਾ ਹੀ ਗਾਇਬ ਹੋ ਜਾਣਗੇ। ਜੇ ਬਹੁਤਾ ਤੁਸੀਂ ਧੁੱਪੇ ਨਿਕਲ ਰਹੇ ਹੋ ਤਾਂ ਰੱਬ ਦਾ ਵਾਸਤਾ ਜੇ ਤੁਸੀਂ ਫੇਸ ਕਵਰ ਕਰੋ ਜਾਂ ਸਨਸਕ੍ਰੀਨ ਲਾਣੀ ਪੈਣੀ ਹੈ, ਕਿਉਂਕਿ ਉਹ ਵੀ ਗਾਜਰ ਤੋਂ ਬਣੀ ਕਿਸ ਤਰੀਕੇ ਦੀ ਆਪਾਂ ਨੈਚੁਰਲ ਬਣਾ ਸਕਦੇ ਹਾਂ ਉਹ ਕਿਸੇ ਫਿਰ ਪ੍ਰੋਗਰਾਮ 'ਚ ਗੱਲ ਕਰਾਂਗੇ। ਪਰ ਧੁੱਪ ਤੋਂ ਬਚਾਅ ਜ਼ਰੂਰੀ ਹੈ, ਕਿਉਂਕਿ ਧੁੱਪ ਨਾਲ ਸਾਡੇ ਸਰੀਰ ਅੰਦਰ ਜਿਹੜੀ ਉਹ ਮੈਲਨਿਨ ਦੇ ਦਾਗ ਸ਼ੁਰੂ ਹੋ ਜਾਂਦੇ ਨੇ, ਤਿਲ ਕਾਫੀ ਵੱਧ ਜਾਂਦੇ ਨੇ। ਸੋ ਉਹਨਾਂ ਤੋਂ ਪਹਿਲਾਂ ਬਚਾਉਣਾ ਵੀ ਜ਼ਰੂਰੀ ਹੈ। ਨਹੀਂ ਕਿ ਅਸੀਂ ਪਹਿਲਾਂ ਕਿੱਲ ਕਰ ਲਈਏ ਤੇ ਫਿਰ ਉਹ ਤਿਲਾਂ ਤੋਂ ਬਾਅਦ ਕਰਾਂਗੇ। ਪਰ ਕਿੱਲ ਮੁਹਾਂਸਿਆਂ ਲਈ ਤੁਸੀਂ ਕੱਚੇ ਪਪੀਤੇ ਦੀ ਪੇਸਟ 25 ਮਿੰਟ ਪਹਿਲਾਂ 2-3 ਮਿੰਟ ਚੰਗੀ ਤਰ੍ਹਾਂ ਰਗੜੋ ਫੇਸ ਨੂੰ, ਫਿਰ ਉਹ 25 ਮਿੰਟ ਰੱਖੋ ਤਾਂ ਦਾਗ ਖਤਮ ਕੀਤੇ ਜਾ ਸਕਦੇ ਨੇ। ਲਾਉਣਾ ਕਿੰਨੀ ਵਾਰੀ ਹੈ ਡਾਕਟਰ ਸਾਹਿਬ? ਇਹ ਕੋਸ਼ਿਸ਼ ਕੀਤੀ ਜਾਵੇ ਕਿ ਰੋਜ਼ ਹੀ ਜੇ ਲਾ ਸਕੋ ਤਾਂ ਬਿਹਤਰ ਹੈ, ਨਹੀਂ ਤਾਂ 1-2 ਦਿਨ ਛੱਡ ਕੇ ਵੀ ਵਰਤਿਆ ਜਾ ਸਕਦਾ ਜੀ ਡਾਕਟਰ। ਲਗਾਤਾਰ ਜੇ ਪਪੀਤਾ ਆਪਾਂ ਖਾਂਦੇ ਰਹੀਏ ਤਾਂ ਜਿਵੇਂ ਮੈਂ ਪਹਿਲਾਂ ਦੱਸਿਆ ਸੀ, ਇਸ 'ਚ ਕੈਰੋਟੀਨ ਹੈ, ਜਿਸ ਸਦਕਾ ਕੁਦਰਤੀ ਚਮਕ ਤੁਹਾਡੀ ਚਮੜੀ ਦੀ ਲਚਕੀਲੀ ਵੀ ਹੋ ਜਾਂਦੀ ਹੈ, ਚਮਕ ਵੀ ਆ ਜਾਂਦੀ ਹੈ, ਵਾਲ ਵੀ ਲਿਸ਼ਕਵੇਂ ਹੋ ਜਾਂਦੇ ਨੇ। ਫਿਰ ਇਸ ਦੀਆਂ ਜੇ ਪੈਰਾਂ ਦੀਆਂ ਅੱਡੀਆਂ ਵਿੱਚ ਪਾੜ ਪਏ ਹੋਣ ਤਾਂ ਪਪੀਤੇ ਦੀ ਪੇਸਟ ਮਲਣ ਨਾਲ ਇਹਦੇ 'ਚ ਆਰਾਮ ਮਿਲ ਜਾਂਦਾ, ਜ਼ਖਮ ਛੇਤੀ ਠੀਕ ਹੋ ਜਾਂਦੇ ਨੇ। ਜੇ ਜ਼ਖਮਾਂ 'ਚ ਪੀਕ ਭਰ ਗਈ ਹੋਵੇ ਤਾਂ ਪਲੀਜ਼ ਕੱਲੇ ਪਪੀਤੇ ਨੇ ਨਹੀਂ ਕੁਝ ਕਰ ਸਕਣਾ, ਨਾਲ ਦਵਾਈ ਤੁਹਾਨੂੰ ਖਾਣੀ ਪਏਗੀ ਪੀਕ ਸੁਕਾਉਣ ਦੀ। ਪਰ ਉਹ ਜ਼ਖਮ ਭਰਨ ਵਿੱਚ ਪਪੀਤਾ, ਜਿਵੇਂ ਮੈਂ ਗੱਲ ਕੀਤੀ ਹੈ ਕਿ ਉਹ ਇੱਕ ਪਿਛਲੀ ਵਾਰ ਗੱਲ ਕੀਤੀ ਸੀ ਕਿ ਲੈਬੋਰੇਟਰੀ ਦਾ ਇੱਕ ਅਟੈਂਡੈਂਟ ਨਹੀਂ ਉਹਨੇ ਬਾਈ ਚਾਂਸ ਲੱਭ ਲਈ, ਪਰ ਇਹ ਜ਼ਖਮ ਛੇਤੀ ਠੀਕ ਹੋਣ ਵਿੱਚ ਮਦਦ ਜ਼ਰੂਰ ਕਰਦਾ ਜੀ। ਜਿੱਥੋਂ ਤੱਕ ਸਾਨੂੰ ਝੱਲ ਕੇ ਸਾਡੀ ਚਮੜੀ ਗੋਰੀ ਹੋਣੀ ਚਾਹੀਦੀ ਹੈ, ਸਾਨੂੰ ਤਾਂ ਇਹ ਕਮਾਲ ਹੀ ਹੈ ਕਿ ਜੋ ਚੀਜ਼ ਹੋਵੇ ਉਹਨੂੰ ਅਸੀਂ ਫਿਕਰ ਨਹੀਂ ਕਰਦੇ। ਜੇ ਆਪਾਂ ਜਾਂਦੇ ਹਾਂ ਅਮਰੀਕਾ 'ਚ, ਉੱਥੇ ਗੋਰੇ ਕਹਿੰਦੇ ਨੇ ਅਸੀਂ ਕਾਲਾ ਹੋਣਾ ਚਾਹੁੰਦੇ ਹਾਂ, ਸਾਰੇ ਧੁੱਪੇ ਬੈਠੇ ਰਹਿੰਦੇ ਨੇ, ਬਿਲਕੁਲ ਉਹ ਟੈਨ ਕਰਦੇ ਨੇ ਆਪਣੀ ਬਾਡੀ ਨੂੰ। ਸੋ ਜੋ ਕੁਝ ਹੈ ਉਸ ਤੋਂ ਅਸੀਂ ਕਦੇ ਵੀ ਸੰਤੁਸ਼ਟ ਨਹੀਂ, ਬਿਲਕੁਲ ਬਾਹਰਲੇ ਆਪਦੇ ਤੋਂ ਸੰਤੁਸ਼ਟ ਨਹੀਂ, ਆਪਣੇ ਤੋਂ। ਬਿਲਕੁਲ ਜੀ। ਚਮੜੀ ਦਾ ਰੰਗ ਵੀ ਰੱਤਾ ਕਹਿ ਲਓ ਕਿ 5 ਤੋਂ 10% ਗੋਰਾ ਕਰਨ ਵਿੱਚ ਕੱਲਾ ਪਪੀਤਾ ਹੀ ਫਾਇਦੇਮੰਦ ਹੋ ਸਕਦਾ, ਜਿਹਦੀ ਰੈਗੂਲਰ ਅਸੀਂ ਇਹਦੀ ਮਤਲਬ ਮਲਣ ਦਾ ਜੋ ਮੈਂ ਤਰੀਕਾ ਦੱਸਾਂਗੀ ਕਿਹੜੀ ਤਰੀਕੇ ਨਾਲ ਲਾਣਾ, ਉਹਦੇ ਨਾਲ ਫਰਕ ਹੋ ਸਕਦਾ ਜੀ। ਅੱਛਾ, ਦਾਦ ਦੀ ਬਿਮਾਰੀ ਦੇ ਵਿੱਚ ਜੋ ਬੜੀ ਆਮ ਹੈ, ਉਹਦੇ ਵਿੱਚ ਵੀ ਜਲਨ ਤੇ ਖੁਰਕ ਘਟਾਉਣ ਲਈ, ਜਦ ਤੱਕ ਡਾਕਟਰ ਕੋਲ ਨਹੀਂ ਪਹੁੰਚਦੇ, ਜਲਨ ਤੇ ਖੁਰਕ ਘਟਾਉਣ ਲਈ ਇਹ ਇੱਕਦਮ ਤੁਹਾਨੂੰ ਫਾਇਦਾ ਦੇ ਦਿੰਦਾ। ਪਰ ਉਹਦੀ ਪੂਰੀ ਟ੍ਰੀਟਮੈਂਟ ਕਰਨ ਲਈ ਤੁਹਾਨੂੰ ਡਾਕਟਰ ਕੋਲ ਜਾਣਾ ਪੈਣਾ, ਉਹ ਇਲਾਜ ਕਰਵਾਉਣਾ ਹੀ ਪੈਂਦਾ। ਕਈ ਜਿਵੇਂ ਸਕੇਬੀਜ਼ ਹੈ ਤਾਂ ਸਾਰੇ ਟੱਬਰ ਨੂੰ ਹੀ ਇਲਾਜ ਕਰਨਾ ਪੈਂਦਾ, ਪਰ ਕੁਝ ਸਮੇਂ ਤੱਕ ਜੇ ਤੁਹਾਡੇ ਕੋਲ 2-4 ਦਿਨ ਨਹੀਂ ਜਾਇਆ ਜਾ ਰਿਹਾ ਤਾਂ ਜਲਨ ਤੇ ਖੁਰਕ ਨੂੰ ਉਹਦੇ ਨਾਲ ਇਹਨੂੰ ਮਲ ਕੇ ਪਪੀਤਾ ਆਰਾਮ ਲੈ ਸਕਦੇ ਹੋ ਜੀ। ਹੁਣ ਝੁਰੜੀਆਂ ਘਟਾਉਣ ਲਈ ਦੇਖੋ ਕੀ ਕਰਨਾ ਜੇ, ਪਪੀਤੇ ਦੇ ਛਿੱਲੜ ਨੂੰ ਚਿਹਰੇ ਦੀ ਚਮੜੀ ਉੱਤੇ 5 ਮਿੰਟ ਹਲਕਾ ਰਗੜੋ, ਠੀਕ ਹੈ, ਪਪੀਤੇ ਦੇ ਛਿੱਲੜ ਨੂੰ। ਉਸ ਤੋਂ ਬਾਅਦ
5 ਮਿੰਟ ਰਗੜਨ ਤੋਂ ਬਾਅਦ ਫਿਰ ਠੰਡੇ ਪਾਣੀ ਨਾਲ ਆਪਣਾ ਮੂੰਹ ਪੋਲਾ ਪੋਲਾ ਧੋਵੋ, ਜਾਨੀ ਉਹਨੂੰ ਜਿਵੇਂ ਤੁਸੀਂ ਸਹਿਲਾਉਂਦੇ ਹੋ ਉਸ ਤਰੀਕੇ ਕਰੋ, ਤਾਂ ਕਿ ਉਹ ਤੁਹਾਡੀ ਜਿਹੜੀਆਂ ਖੁੱਲੇ ਹੋਏ ਮਸਾਮ ਨੇ ਜੋ ਪਹਿਲਾਂ ਰਗੜਨ ਨਾਲ ਖੁੱਲੇ, ਉਹ ਹਲਕੇ ਹਲਕੇ ਸਾਫ਼ ਹੋ ਕੇ ਬੰਦ ਹੋਣ ਲੱਗ ਜਾਣਗੇ ਜੀ। ਨੂੰ ਇੰਨੇ ਕੁ ਨਾਲ ਹੌਲੀ ਤੁਸੀਂ ਦੇਖੋ ਸ਼ੀਸ਼ੇ ਦਾ, ਤੁਹਾਡੀ ਇੰਨੇ ਕੁ ਨਾਲ ਹੀ ਥੋੜੀ ਚਿਹਰੇ ਦੀ ਰੌਣਕ, ਕਿਉਂਕਿ ਉਹ ਗੰਦਗੀ ਨਿਕਲ ਗਈ। ਤੇ ਜੇ ਰੈਗੂਲਰ ਵਰਤੋਗੇ ਤਾਂ ਤੁਹਾਡੇ ਝੁਰੜੀਆਂ ਵੀ ਘਟਣ ਲੱਗ ਜਾਣਗੀਆਂ, ਜੋ ਕਿ ਜਿਨ੍ਹਾਂ ਨੂੰ ਅਸੀਂ ਫਾਈਨਰ ਰਿੰਕਲਸ ਕਹਿੰਦੇ ਆ, ਜੋ ਤੁਹਾਡੀਆਂ ਸ਼ੁਰੂ ਹੋ ਜਾਂਦੀਆਂ ਅੱਖਾਂ ਦੇ ਕਿਨਾਰੇ ਤੇ, ਜੀ ਜੀ। ਉਹਦੇ ਵਿੱਚ ਤੁਹਾਡੇ ਫਰਕ ਪੈਣਾ ਸ਼ੁਰੂ ਹੋ ਜਾਂਦਾ ਇੰਨੇ ਕੁ ਨਾਲ ਹੀ। ਕਿਉਂਕਿ ਪਪੀਤੇ ਵਿੱਚ ਇੱਕ ਐਲਫਾ ਹਾਈਡਰੋਕਸੀ ਐਸਿਡ ਹੈ, ਜੋ ਈਵਨ ਬੁਢੇਪੇ ਦੇ ਵਿੱਚ ਇਹ ਵਰਤਿਆ ਗਿਆ। ਚੀਨ ਦੇ ਵਿੱਚ ਹੋਈ ਸੀ ਖੋਜ, ਜਿੱਥੇ ਕਾਫੀ ਝੁਰੜੀਆਂ ਵਾਲੇ ਚਿਹਰੇ ਉੱਤੇ ਉਹਨਾਂ ਨੇ ਅਜ਼ਮਾਇਆ ਤੇ ਉਹਨਾਂ ਨੇ ਦਿਖਾਇਆ ਕਿ ਕਿਵੇਂ 15 ਸਾਲ ਤੱਕ ਉਮਰ ਛੋਟੀ ਹੋ ਗਈ ਜਦੋਂ ਇਹੀ ਚੀਜ਼ ਉਹ 6 ਹਫ਼ਤੇ ਕਰਦੇ ਰਹੇ। ਠੀਕ ਹੈ। ਖਾਣ ਨਾਲ ਤਾਂ ਕਮਾਲ ਹੋਏਗੀ, ਆਪਾਂ ਸਮਝ ਹੀ ਸਕਦੇ ਹਾਂ ਕਿ ਲਾਣ ਨਾਲ ਵੀ ਇਹ, ਪਰ ਇੱਕ ਵੱਡੀ ਗੱਲ ਇਹ ਕਿ ਇਹ ਨਾ ਹੋਏ ਕਿ ਘੰਟਿਆਂ ਬੱਧੀ ਪਪੀਤਾ ਰਗੜੀ ਜਾਓ। ਰੱਬ ਦਾ ਵਾਸਤਾ ਜੇ ਮੈਂ ਟਾਈਮ ਸਿਰਫ 5 ਮਿੰਟ ਕਿਹਾ, ਬਿਲਕੁਲ ਜੇ ਬਿਲਕੁਲ, ਔਰ ਇਹ ਨਾ ਹੋਏ ਸਿਰਫ ਮੂੰਹ ਤੇ ਰਗੜੀ ਜਾਓ, ਖਾਣਾ ਵੀ ਜ਼ਰੂਰੀ ਹੈ। ਬਿਲਕੁਲ, ਜੇ ਅੱਧਾ ਘੰਟਾ ਰਗੜੀ ਜਾਓਗੇ ਤੇ ਚਮੜੀ ਖੁਸ਼ਕ ਹੈ ਤਾਂ ਇਹ ਚਮੜੀ ਤੇ ਦਾਣੇ ਨਿਕਲ ਆਣਗੇ, ਲਾਲ ਹੋ ਜਾਏਗੀ, ਨੁਕਸਾਨ ਹੋ ਸਕਦਾ ਜੇ। ਸੋ ਇਸੇ ਲਈ ਸਹਿਜੇ ਸਹਿਜੇ ਅਸਰ ਲਿਆ ਕਰੋ। ਇਹ ਨਹੀਂ ਕਿ ਅੱਜ ਹੈ ਤੇ ਹੁਣੇ ਹੀ ਘੰਟਾ ਰਗੜ ਕੇ ਅਸੀਂ ਸਾਰੀ ਚਮੜੀ ਲਾ ਦੇਣੀ ਹੈ, ਕੰਮ ਨਾ ਕਰਿਓ ਪਲੀਜ਼। 5 ਮਿੰਟ ਬਿਲਕੁਲ। ਤੇ ਜੇ ਖੁਸ਼ਕ ਚਮੜੀ ਹੈ ਕਿਸੇ ਦੀ, ਤਾਂ ਪਪੀਤੇ ਵਿੱਚ ਸ਼ਹਿਦ ਜਾਂ ਮਲਾਈ ਮਿਲਾ ਕੇ ਚਿਹਰੇ ਉੱਤੇ 20 ਮਿੰਟ ਹਫ਼ਤੇ ਵਿੱਚ 3 ਵਾਰ ਲਾਉਣ ਨਾਲ ਤੁਸੀਂ ਚਮੜੀ ਦੀ ਉਹ ਖੁਸ਼ਕੀ ਘਟਾ ਸਕਦੇ ਹੋ। ਠੀਕ ਹੈ। ਮੈਂ ਦੁਬਾਰਾ ਦੱਸ ਦਿਆਂ, ਪਪੀਤੇ ਵਿੱਚ ਸ਼ਹਿਦ ਜਾਂ ਮਲਾਈ ਮਿਲਾ ਕੇ ਚਿਹਰੇ ਉੱਤੇ 20 ਮਿੰਟ ਹਰ ਹਫ਼ਤੇ ਵਿੱਚ 3 ਵਾਰ ਲਾਉਣ ਨਾਲ ਤੁਹਾਡੀ ਖੁਸ਼ਕ ਚਮੜੀ ਨੂੰ ਆਰਾਮ ਆ ਸਕਦਾ। ਠੀਕ ਹੈ। ਜੇ ਚਿਹਰੇ ਉੱਤੇ ਦਾਗ ਨੇ ਤਾਂ ਪਪੀਤੇ ਵਿੱਚ ਦੁੱਧ ਮਿਲਾ ਕੇ ਇਹਨੂੰ ਚਿਹਰੇ ਉੱਤੇ ਤੁਸੀਂ ਲਾਉਂਦੇ ਰਹੋ ਤਾਂ ਛੇਤੀ ਅਸਰ ਪੈ ਜਾਂਦਾ, ਪਰ ਅਸਰ ਵੇਖਣ ਲਈ ਘੱਟੋ ਘੱਟ 6 ਹਫ਼ਤੇ ਲੱਗਦੇ ਨੇ ਜੀ। ਹੁਣ ਜੇ ਚਮੜੀ ਢਿੱਲੀ ਜਾਂ ਲਟਕ ਰਹੀ ਹੋਵੇ, ਤੁਹਾਨੂੰ ਦਿਸ ਰਿਹਾ ਕਿ ਗੱਲਾਂ ਤੋਂ ਲਟਕਣੀ ਸ਼ੁਰੂ ਹੋ ਗਈ ਹੈ, ਤਾਂ ਪਪੀਤੇ ਦੇ ਵਿੱਚ ਤੁਸੀਂ ਜੋ ਮਿਲਾਣਾ ਜੇ ਸ਼ਹਿਦ ਤੇ ਚੌਲਾਂ ਦਾ ਆਟਾ। ਜੇ ਚਮੜੀ ਢਿਲਕਣੀ ਸ਼ੁਰੂ ਹੋਈ ਹੈ ਤਾਂ ਪਪੀਤੇ ਵਿੱਚ ਸ਼ਹਿਦ ਤੇ ਚੌਲਾਂ ਦਾ ਆਟਾ ਮਿਲਾ ਕੇ 20 ਮਿੰਟ ਚਿਹਰੇ ਉੱਤੇ ਹਫ਼ਤੇ ਵਿੱਚ 3 ਵਾਰ ਲਾ ਕੇ ਰੱਖੋ, ਤਾਂ ਇਹ ਤੁਹਾਡੇ ਇਸੇ ਤਰ੍ਹਾਂ ਹੀ 6 ਹਫ਼ਤੇ ਬਾਅਦ ਤੁਹਾਨੂੰ ਇਹਦੇ 'ਚ ਫਰਕ ਦਿਸਣ ਲੱਗ ਸਕਦਾ ਹੈ, ਬਸ਼ਰਤੇ ਨਾਲ ਸੰਤੁਲਿਤ ਖੁਰਾਕ ਖਾਓ ਤੇ ਚਿੰਤਾ ਛੱਡ ਦਿਓ, ਚਿਤਾ ਸਮਾਨ ਹੁੰਦੀ ਜੇ। ਬਿਲਕੁਲ ਬਿਲਕੁਲ। ਹੁਣ ਜੇ ਬਹੁਤ ਜ਼ਿਆਦਾ ਕਾਲੇ ਦਾਗ ਹੋਣ, ਜੋ ਕਿ ਕਈ ਵਾਰ ਮੈਂ ਦੇਖਿਆ ਸਾਡੀਆਂ ਬੇਟੀਆਂ ਦੇ ਜਿਨ੍ਹਾਂ ਦੇ ਡਿਲੀਵਰੀ ਇੱਕਦਮ ਹੋਈ ਹੋਵੇ, ਤੁਸੀਂ ਦੇਖਦੇ ਹੋਵੋਗੇ ਬਹੁਤ ਮਹਿੰਗੇ ਮਹਿੰਗੇ ਕਰੀਮਾਂ ਸ਼ੈਂਪੂ ਤੇ ਉਹ ਸਭ ਵਿਚਾਰੀਆਂ ਡਾਕਟਰਾਂ ਦੇ ਗੇੜਿਆਂ ਤੇ ਰਹਿ ਜਾਂਦੀਆਂ ਨੇ। ਮੁਫਤ ਦੱਸਣ ਲੱਗੀਆਂ ਇਲਾਜ ਇਸ ਸ਼ਰਤ ਤੇ ਕਿ ਘੱਟੋ ਘੱਟ 2 ਹੋਰ ਭੈਣਾਂ ਨੂੰ ਇਹ ਨਾਲ ਦੱਸਣਗੀਆਂ ਇੰਜ ਠੀਕ ਕਰੋ ਜੀ। ਚਿਹਰੇ ਉੱਤੇ ਜੇ ਜ਼ਿਆਦਾ ਕਾਲੇ ਦਾਗ ਹੋਣ ਤਾਂ ਪਪੀਤੇ ਦੀ ਪੇਸਟ ਦੇ ਵਿੱਚ ਦਹੀਂ, ਸ਼ਹਿਦ, ਨਿੰਬੂ ਦਾ ਰਸ ਤੇ ਅੰਡੇ ਦਾ ਚਿੱਟਾ, ਯਾਨੀ ਪਪੀਤੇ ਦੀ ਪੇਸਟ ਵਿੱਚ ਦਹੀਂ ਵਿੱਚ ਸ਼ਹਿਦ, ਨਿੰਬੂ ਦਾ ਰਸ ਤੇ ਅੰਡੇ ਦਾ ਚਿੱਟਾ ਹਿੱਸਾ, ਇਹ ਮਿਲਾ ਕੇ ਚਿਹਰਾ ਪਹਿਲਾਂ ਸਾਫ਼ ਹੋਣਾ ਚਾਹੀਦਾ ਚੰਗੀ ਤਰ੍ਹਾਂ, ਉਸ ਦੇ ਉੱਤੇ 15 ਤੋਂ 20 ਮਿੰਟ ਇਹ ਲਾ ਕੇ ਰੱਖੋ ਤੇ ਫਿਰ ਚਿਹਰਾ ਖਿਆਲ ਕਰਿਓ ਕੋਸੇ ਪਾਣੀ ਨਾਲ ਧੋਣਾ ਜੇ, ਠੰਡੇ ਨਾਲ ਬਿਲਕੁਲ ਨਹੀਂ। ਠੀਕ ਹੈ। ਇਹ ਵੀ ਤੁਸੀਂ 6 ਹਫ਼ਤਿਆਂ ਤੋਂ ਲੈ ਕੇ 3 ਮਹੀਨੇ ਤੱਕ ਜੇ ਇਹਦੀ ਰੈਗੂਲਰ ਵਰਤੋਂ ਕਰਦੇ ਰਹੋਗੇ ਤਾਂ ਇਹ ਹਫ਼ਤੇ 'ਚ 3 ਵਾਰ ਵਰਤਣਾ ਜੇ, ਰੋਜ਼ ਨਾ ਸਵੇਰੇ ਸ਼ਾਮ ਕਰਿਓ, ਤਾਂ ਤੁਹਾਨੂੰ ਇਹ ਜਿਹੜੇ ਤੁਹਾਡੇ ਦਾਗ ਨੇ ਇਹ ਹਲਕੇ ਵੀ ਪੈਂਦੇ ਦਿਸਣਗੇ, ਬਹੁਤ ਬਿਹਤਰ ਦਿਸੇਗਾ ਜੀ। ਯਾਨੀ ਹੁਣ ਇਸ ਵੇਲੇ ਦੀਆਂ ਸਭ ਤੋਂ ਮਹਿੰਗੀਆਂ ਜਿਹੜੀਆਂ ਚਮੜੀ ਲਈ ਵਰਤੀਆਂ ਜਾ ਰਹੀਆਂ ਕਰੀਮਾਂ, ਵਾਲਾਂ ਲਈ ਵਰਤੇ ਜਾ ਰਹੇ ਸ਼ੈਂਪੂ, ਸਾਰਿਆਂ ਦੇ ਵਿੱਚ ਹੀ ਧਿਆਨ ਨਾਲ ਪੜਿਓ। ਪੈਪੇਨ, ਪਪਾਇਆ ਇਹ ਲਿਖਿਆ ਲੱਭ ਜਾਣਾ ਜੇ, ਉਹ ਸਭ ਤੋਂ ਮਹਿੰਗੇ ਆਰਗੈਨਿਕ ਕਹਿ ਕੇ ਵੇਚੇ ਜਾ ਰਹੇ ਨੇ। ਜੀ ਸਮਝ ਲਓ ਕਿ ਉਹਨਾਂ ਸਾਰਿਆਂ ਲਈ ਭਾਵੇਂ ਵਾਲ ਝੜ ਰਹੇ ਹੋਣ, ਸਿਕਰੀ ਹੋਵੇ, ਲਿਸ਼ਕ ਨਾ ਹੋਵੇ, ਖੁਸ਼ਕ ਹੋਣ, ਸਾਰੀਆਂ ਚੀਜ਼ਾਂ ਲਈ ਪਪੀਤਾ ਹੀ ਇਸ ਵੇਲੇ ਨੰਬਰ 1 ਯੂਜ਼ ਦੇ ਵਿੱਚ ਆ ਚੁੱਕਿਆ ਹੈ। ਜੀ ਡਾਕਟਰ, ਭਾਵੇਂ ਇਹਦੇ ਵਿੱਚ ਮੈਂ
ਦੇਖੋ ਬੇਨਤੀ ਪਹਿਲਾਂ ਵੀ ਕੀਤੀ ਸੀ, ਮੈਂ ਕੋਈ ਖੁਦਾ ਨਹੀਂ ਆ ਤੇ ਜੋ ਮੈਂ ਕਿਹਾ ਹਰ ਚੀਜ਼ ਹਰ ਇੱਕ ਤੇ ਓਨੀ ਅਸਰ ਕਰੇ ਇਹ ਵੀ ਬਿਲਕੁਲ ਨਹੀਂ, ਮੈਂ ਪਹਿਲਾਂ ਹੀ ਕਲੇਮ ਨਹੀਂ ਕਰਦੀ। ਗੱਲ ਇਹ ਜੀ ਹੈ ਕਿ ਨਾਰਮਲ ਕੁਦਰਤੀ ਚੀਜ਼ ਨੂੰ ਵਰਤ ਕੇ ਫਾਇਦਾ ਲਿਆ ਜਾ ਸਕਦਾ। ਜੋ ਮੈਂ ਇੱਥੇ ਅਸੀਂ ਕੀਤਾ ਸੀ ਕਿ ਮੁਫਤੋ ਮੁਫਤ ਬੱਚਿਆਂ ਦੀ ਸਿਕਰੀ ਠੀਕ ਕੀਤੀ, ਵੱਡਿਆਂ ਵਿੱਚ ਖੋਜ ਨਹੀਂ ਕੀਤੀ ਜਾ ਸਕੀ। ਤੁਸੀਂ ਆਪ ਵਰਤੋ ਤੇ ਦੱਸਿਓ ਕਿ ਕਿਸ ਤਰ੍ਹਾਂ ਦਾ ਰਿਸਪੌਂਸ ਆਉਂਦਾ ਤੁਹਾਡੇ, ਕਿਉਂਕਿ ਇਹਦੇ ਵਿਚਲੇ ਜੋ ਪਪੀਤੇ ਵਿਚਲੇ ਮਿਨਰਲ ਨੇ, ਉਹਦੇ ਵਿਟਾਮਿਨ ਨੇ, ਉਹ ਵਾਲਾਂ ਦੀਆਂ ਜੜ੍ਹਾਂ ਮਜ਼ਬੂਤ ਕਰਨ ਵਿੱਚ ਸਹਾਈ ਹੁੰਦੇ ਨੇ। ਪਰ ਉਹ ਕਿੰਨੇ, ਕਿਉਂਕਿ ਦਾਦੀਆਂ ਨਾਨੀਆਂ ਤਾਂ ਇਹ ਲੇਪ, ਖੋਪੇ ਦਾ ਤੇਲ, ਦਹੀਂ ਵਿੱਚ ਪਪੀਤੇ ਦੀ ਪੇਸਟ ਇਹ ਅੱਧੇ ਅੱਧੇ ਘੰਟੇ ਪਹਿਲਾਂ ਵੀ ਲਾਇਆ ਕਰਦੀਆਂ ਸਨ। ਜਦੋਂ ਵਾਲ ਝੜਦੇ ਹੁੰਦੇ ਸਨ ਤਾਂ ਇਹ ਜੀ ਸਲਾਹ ਦਿੱਤੀ ਜਾਂਦੀ ਸੀ। ਜੀ ਹੁਣ ਇਹਦੇ ਨਾਲ ਲਿਸ਼ਕ ਵੀ ਹੁੰਦੀ ਜੇ, ਝੜਨੋਂ ਵੀ ਘਟਦੇ ਨੇ, ਸਿਕਰੀ ਵੀ ਠੀਕ ਹੁੰਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਦੇਖਣ ਲਈ ਆਪ ਅਜ਼ਮਾਉਣ ਦੀ ਲੋੜ ਹੈ ਤੇ ਫਿਰ ਸਾਨੂੰ ਸਗੋਂ ਵਧੀਆ ਫੀਡਬੈਕ ਆਏਗੀ ਕਿ ਕਿੰਨੇ ਕੁ ਅਸਰਦਾਰ ਨੇ। ਪਰ ਬਿਲਕੁਲ ਪਪੀਤੇ ਦੀ ਦਰਅਸਲ ਦੋਨੋਂ ਪਾਸੇ ਫਾਇਦਾ ਦੇਖਦੇ ਹੋਏ ਇਹਨੂੰ ਹੁਣ ਮੇਰਾ ਖਿਆਲ ਇਹ ਪਤਾ ਲੱਗਣਾ ਚਾਹੀਦਾ ਕਿੰਜ ਦਾ ਪਪੀਤਾ ਖਰੀਦਿਆ ਜਾਏ, ਕਿਉਂਕਿ ਜੀ ਹਰ ਕਿਸਮ ਦੇ ਪਪੀਤੇ ਮਿਲਦੇ ਨੇ। ਬਿਲਕੁਲ ਬਿਲਕੁਲ ਸੋ ਪਪੀਤੇ ਉੱਤੇ ਪਹਿਲੀ ਇੰਪੋਰਟੈਂਟ ਚੀਜ਼ ਜੇ ਇੱਕ ਰਿੰਗ ਸਪੌਟ ਵਾਇਰਸ ਹੁੰਦੀ ਜੇ, ਜੋ ਉਹ ਜੇ ਹਮਲਾ ਕਰ ਜਾਵੇ ਜੀ ਤਾਂ ਬਹੁਤ ਤਗੜਾ ਨੁਕਸਾਨ ਕਰਦੀ ਜੇ। ਸੋ ਧਿਆਨ ਨਾਲ ਪਪੀਤਾ ਖਰੀਦਣ ਲੱਗਿਆ ਦੇਖ ਲਿਓ। ਇੱਕ ਤਾਂ ਜੇ ਉਹ ਪਪੀਤੇ ਦੇ ਬੂਟੇ ਉੱਤੇ ਹੀ ਹਮਲਾ ਬੋਲ ਦੇਵੇ ਤਾਂ ਉਹ ਪੂਰਾ ਬੂਟਾ ਹੀ ਸੁਕਾ ਦਿੰਦੀ ਹੈ। ਜੀ ਸੋ ਪਪੀਤੇ ਦੇ ਬਾਹਰ ਜੇ ਤੁਹਾਨੂੰ ਉੱਲੀ ਦੇ ਗੋਲ ਦਾਇਰੇ ਦਿਸ ਰਹੇ ਨੇ, ਰੱਬ ਦਾ ਵਾਸਤਾ ਜੇ ਸੁੱਟ ਦਿਓ, ਨਾ ਚੱਕਿਓ, ਨਾ ਜੀ ਲੈਣਾ, ਜੀ ਉਹ ਨੁਕਸਾਨ ਕਰੇਗੀ। ਹਮ ਬਿਲਕੁਲ ਬੇਦਾਗ ਪਪੀਤਾ ਵਰਤਣਾ ਚਾਹੀਦਾ ਜੇ ਇਹਦੇ ਫਾਇਦੇ ਲੈਣੇ ਨੇ, ਨਹੀਂ ਤੇ ਨੁਕਸਾਨ ਜ਼ਿਆਦਾ ਕਰ ਜਾਏਗਾ। ਇਸ ਲਾਲਚ ਨੂੰ ਕਿ ਆ ਥੋੜਾ ਜਿਹਾ ਹੀ ਹੈ, ਮੈਂ ਵਿੱਚੋਂ ਜ਼ਰਾ ਜਿਹਾ ਕੋਨਾ ਲਾ ਕੇ ਤੇ ਬਾਕੀ ਵਰਤ ਲੈਣਾ, ਏਦਾਂ ਨਾ ਕਰਿਓ। ਸਾਫ਼ ਜੇ ਇੱਕ ਪਪੀਤਾ ਲੈਣਾ ਜਿਸ ਚੋਂ ਇੰਨੇ ਫਾਇਦੇ ਲੈਣੇ ਨੇ ਤਾਂ ਬਿਲਕੁਲ ਸਾਫ਼ ਬੇਦਾਗ ਪਪੀਤਾ ਹੀ ਲੈਣਾ ਚਾਹੀਦਾ। ਜੀ ਡਾਕਟਰ ਸਾਹਿਬ ਜਿਹੜਾ ਲੋੜੋਂ ਵੱਧ ਪੱਕਿਆ ਹੋਇਆ ਪਪੀਤਾ ਹੋਵੇ ਉਹਨੂੰ ਅਗਲੇ ਦਿਨ ਤੱਕ ਨਾ ਲਿਜਾਇਓ, ਉਹਨੂੰ ਸੇਮ ਡੇ ਵਰਤੋ ਜਿੰਨਾ ਖਾਧਾ ਗਿਆ। ਬਾਕੀ ਜਿਵੇਂ ਮੈਂ ਦੱਸਿਆ ਫੇਸ ਤੇ ਲਾ ਸਕਦੇ ਹੋ, ਵਾਲਾਂ ਤੇ ਲਾ ਸਕਦੇ ਹੋ, ਦਾਗਾਂ ਤੇ ਜਾਂ ਤੁਸੀਂ ਜ਼ਖਮਾਂ ਤੇ, ਪਰ ਉਹ ਜਿਹੜਾ ਜ਼ਿਆਦਾ ਪੱਕਿਆ ਪਪੀਤਾ ਅਗਲੇ ਦਿਨ ਤੱਕ ਨਾ ਲਿਜਾਇਆ ਜਾਓ। ਤੇ ਜੀ ਜੀ ਕੋਸ਼ਿਸ਼ ਜੇ ਤੇ ਡਾਕਟਰ ਸਾਹਿਬ ਇੱਕ ਇਹ ਵੀ ਸਵਾਲ ਆ ਰਿਹਾ ਮਨ ਚ ਕਿ ਇਹਦਾ ਖਾਣ ਦਾ ਕੋਈ ਟਾਈਮਿੰਗ ਤਾਂ ਨਹੀਂ, ਕਦੋਂ ਮਰਜ਼ੀ ਇਸ ਫਰੂਟ ਨੂੰ ਖਾ ਸਕਦੇ ਆ, ਜਾਂ ਜੇ ਸਵੇਰੇ ਖਾਲੀ ਪੇਟ ਖਾਓਗੇ ਤਾਂ ਜ਼ਿਆਦਾ ਫਾਇਦਾ ਕਰਦਾ ਹੈ? ਇਹ ਵੀ ਮੈਂ ਕਈਆਂ ਤੋਂ ਸੁਣਿਆ ਹੈਗਾ। ਹਾਂਜੀ, ਮੈਂ ਉਹ ਵੀ ਦੱਸਦੀ ਹਾਂ, ਪਰ ਮੈਂ ਉਸ ਤੋਂ ਥੋੜਾ ਜਿਹਾ ਪਹਿਲਾਂ ਇਹਦੇ ਬਾਰੇ ਦੱਸਦੀ ਹਾਂ ਕਿ ਜੇ ਤੁਸੀਂ 1-2 ਦਿਨ ਠਹਿਰ ਕੇ ਪਪੀਤਾ ਵਰਤਣਾ ਹੈ, ਯਾਨੀ ਤੁਹਾਨੂੰ ਲੱਗਦਾ ਸਾਰਾ ਅੱਜ ਹੀ ਨਹੀਂ ਖਾਣਾ ਜਾਂ ਇੱਕ ਪੂਰਾ ਪੱਕਿਆ ਲੈ ਲਿਆ, ਤਾਂ ਇੱਕ ਅੱਧ ਪੱਕਿਆ ਲੈ ਲਓ। ਬਿਲਕੁਲ ਉਹਨੂੰ ਖਰੀਦਣ ਤੋਂ ਪਹਿਲਾਂ ਹਲਕਾ ਦਬਾਓ ਪਾ ਕੇ ਜ਼ਰੂਰ ਦੇਖ ਲਓ, ਜੇ ਜ਼ਿਆਦਾ ਨਰਮ ਹੋਵੇ, ਦੱਬਦਾ ਹੋਵੇ ਤਾਂ ਨਾ ਖਰੀਦਿਓ। ਜੀ ਸੋ ਇਹ ਚੀਜ਼ਾਂ ਦਾ ਖਿਆਲ ਰੱਖ ਲਿਓ ਤੇ ਘਰ ਲਿਆ ਕੇ ਅਖਬਾਰ ਵਿੱਚ ਤੁਸੀਂ ਸਿੰਪਲ ਲਪੇਟੋਗੇ ਤੇ ਕੁਛ ਵੀ ਨਹੀਂ ਕਰਨਾ, ਅਗਲੇ ਦਿਨ ਫਸਟ ਕਲਾਸ ਪੱਕ ਜਾਣਾ। ਹੁਣ ਗੱਲ ਰਹੀ ਖਾਣ ਦੀ, ਜੋ ਤੁਸੀਂ ਸਵਾਲ ਮੈਨੂੰ ਪੁੱਛਿਆ, ਮੈਂ ਤਾਂ ਇੱਕੋ ਹੀ ਚੀਜ਼ ਕਹਿ ਸਕਦੀ ਹਾਂ, ਪ੍ਰੋਗਰਾਮ ਸੁਣਦਿਆਂ ਹੋਇਆਂ ਵੀ ਝਟਪਟ ਛਿੱਲੋ, ਨਾ ਵੇਖਿਓ ਦਿਨ ਨਾ ਵੇਖਿਓ ਕਦੋਂ ਦਵਾ ਮਰਜ਼ੀ ਬਸ ਖਾ ਲਓ ਤੇ ਛਿੱਲੜ ਬਚੀ ਸੁੱਟਿਓ ਨਾ ਮੂੰਹ ਤੇ, ਦਵਾ ਦਬ ਮੰਨ ਲਓ। ਬੀਜ ਚੇਤੇ ਰੱਖਿਓ, ਸੁੱਟ ਦੇਣਾ, ਕਿਉਂਕਿ ਬੀਜਾਂ ਦੀ ਅਲਰਜੀ ਨਾਲ ਮੌਤ ਹੁੰਦੀ ਵੇਖੀ ਗਈ ਹੈ। ਹਾਲਾਂਕਿ ਬਹੁਤ ਚੀਜ਼ਾਂ ਉਸ ਬੀਜਾਂ ਤੋਂ ਬਣੀਆਂ ਜੇ, ਗਰਭ ਡਿੱਗਣ ਲਈ ਵੀ ਵਰਤੇ ਗਏ ਨੇ, ਪਰ ਬੀਜਾਂ ਦੀ ਅਲਰਜੀ ਜੇ ਤੁਹਾਨੂੰ ਪਤਾ ਹੈ, ਤੁਹਾਨੂੰ ਅਜੇ ਨਹੀਂ ਹੈ ਜਾਂ ਤੁਹਾਨੂੰ ਕੋਈ ਅੰਦਾਜ਼ਾ ਵੀ ਨਹੀਂ, ਤਾਂ ਫਿਰ ਇਹ ਲਾਲਚ ਨਾ ਕਰਿਓ ਬੀਜਾਂ ਦਾ, ਕਿਉਂਕਿ ਉਹ ਤਾਂ ਸਿਰਫ ਡਾਕਟਰੀ ਸਲਾਹ ਮੁਤਾਬਕ ਹੀ ਲਏ ਜਾ ਸਕਦੇ ਨੇ। ਪਰ ਜੀ ਡਾਕਟਰ ਪਪੀਤੇ ਦੇ ਸਿਵਾਏ ਬੀਜਾਂ ਦੇ ਕੋਈ ਵੀ ਅੰਸ਼ ਸੁੱਟਣ ਵਾਲਾ ਨਹੀਂ ਹੈ। ਪਪੀਤਾ ਖਾਓ, ਦਿਨ ਹੋਵੇ ਰਾਤ ਹੋਵੇ, ਰਾਤ ਹੋਵੇ ਅੱਧ ਰਾਤ ਵੀ ਨੀਂਦ ਖੁੱਲ ਗਈ ਹੈ ਤੇ ਭੁੱਖ ਲੱਗੀ ਜੇ ਤਾਂ ਪਪੀਤਾ ਕਮਾਲ ਕਰ ਸਕਦਾ ਜੇ, ਖਾ ਲਿਓ ਤੇ ਪਰ ਛਿੱਲੜ ਦੇਖ ਲਿਓ ਕਿਸੇ ਵੀ ਹਾਲ ਚ ਸੁੱਟਿਓ ਨਾ, ਬਿਲਕੁਲ ਮੂੰਹ ਤੇ ਰਗੜਿਓ ਤੇ ਦੇਖਿਓ ਕਮਾਲ ਹੁੰਦਾ, ਪਰ ਤੇ 5 ਕਿਤੇ ਮਿੰਟ ਤੋਂ ਅੱਧਾ ਵੱਧ ਘੰਟਾ ਨਾ ਨਹੀਂ। ਰਗੜਿਓ ਹਾਂ ਚਮੜੀ ਨਾ ਲਾ ਲਿਓ, ਬਸ ਇੰਨਾ ਕੁ ਬੇਨਤੀ ਹੈ। ਬਿਲਕੁਲ ਬਿਲਕੁਲ। ਸੋ ਡਾਕਟਰ ਸਾਹਿਬ ਇੱਕ ਹੋਰ ਸਵਾਲ ਹੈ, ਇੱਕ ਇਹ ਵੀ ਕਿਹਾ ਜਾਂਦਾ ਹੈ ਕਿ ਪਪੀਤਾ ਖਾਣ ਦੇ ਨਾਲ, ਰੈਗੂਲਰ ਖਾਣ ਦੇ ਨਾਲ ਮੋਟਾਪਾ ਵੀ ਘੱਟ ਹੁੰਦਾ ਹੈ। ਬਿਲਕੁਲ, ਇਸ ਚ ਫਾਈਬਰ ਕਿਉਂਕਿ ਬਹੁਤ ਜ਼ਿਆਦਾ ਹੈ ਤੇ ਮਿੱਠਾ ਬਹੁਤ ਘੱਟ ਹੈ, ਸੋ ਈਵਨ ਸ਼ੱਕਰ ਰੋਗੀਆਂ ਲਈ ਵੀ ਬਾ ਕਮਾਲ ਹੈ। ਜਿਵੇਂ ਮੈਂ ਅੱਗੇ ਦੱਸਿਆ ਨਮਕ ਵੀ ਘੱਟ ਹੈ, ਸੋ ਜਿਗਰ ਗੁਰਦੇ ਸਭ ਰੋਗੀ ਖਾ ਸਕਦੇ ਨੇ। ਸੋ ਇਸ ਦਾ ਮੂੰਹ ਤੇ ਲਾਣਾ ਤਾਂ ਖੈਰ ਬਿਲਕੁਲ ਹੀ ਕੋਈ ਨੁਕਸਾਨ ਨਹੀਂ, ਸਿਰ ਤੇ ਲਾਣਾ ਵੀ ਨਹੀਂ,
ਪਰ ਮੈਂ ਇਸ ਪ੍ਰੋਗਰਾਮ ਵਿੱਚ ਤੁਸੀਂ ਖਿਆਲ ਕੀਤਾ ਹੋਏਗਾ, ਹੋਰ ਕਿਸੇ ਪ੍ਰੋਗਰਾਮ 'ਚ ਨਹੀਂ ਕਿਹਾ। ਇਸ ਵਿੱਚ ਇਸ ਕਰਕੇ ਵਾਰ-ਵਾਰ ਜ਼ਿਕਰ ਕੀਤਾ ਕਿ ਕੁਝ ਖੋਜਾਂ ਸਿਰਫ ਸਾਡੀਆਂ ਦਾਦੀਆਂ ਨਾਨੀਆਂ ਦੀਆਂ ਦੱਸੀਆਂ ਸੀ, ਸਾਡੇ ਇਸ ਵੇਲੇ ਮੈਡੀਕਲ ਜਰਨਲਸ ਵਿੱਚ ਛਪੀਆਂ ਨਹੀਂ ਹਨ। ਜਿੰਨੀਆਂ ਉਹ ਛਪੀਆਂ ਸੀ ਮੈਂ ਉਹਨਾਂ ਦਾ ਵੀ ਜ਼ਿਕਰ ਕੀਤਾ। ਪਰ ਜੇ ਇਸ ਤੋਂ ਇਲਾਵਾ ਕਿਸੇ ਨੂੰ ਕੋਈ ਹੋਰ ਫਾਇਦਾ ਹੁੰਦਾ ਦਿਸੇ ਤਾਂ ਚਾਹਾਂਗੇ ਕਿ ਉਹ ਸ਼ੇਅਰ ਜ਼ਰੂਰ ਕਰਨ ਕਿ ਕੀ ਕੁਝ ਹੋਰ ਇਹਨਾਂ ਤੋਂ ਇਲਾਵਾ ਵੀ ਜਿਹੜੇ ਅਸੀਂ ਨਵੀਆਂ ਕੋਈ ਪੇਸਟਾਂ ਬਣਾ ਕੇ ਜਾਂ ਨਵੀਂ ਕਿਸਮ ਦੀ ਚੀਜ਼ ਲਈ ਇਹਦਾ ਵਰਤੋਂ ਨਾਲ ਫਾਇਦਾ ਹੁੰਦਾ ਦਿਸੇ ਤਾਂ ਜ਼ਰੂਰ ਸਾਂਝੀ ਕਰਨ। ਕਿਉਂਕਿ ਪਪੀਤੇ ਦੀਆਂ ਖੋਜਾਂ ਜਿੱਥੇ ਇੱਕ ਪਾਸੇ ਬਹੁਤ ਐਡਵਾਂਸਡ ਦਿਖਾਈਆਂ ਗਈਆਂ ਨੇ, ਉੱਥੇ ਹੀ ਦੂਜੇ ਪਾਸੇ ਕੁਝ ਚੀਜ਼ਾਂ ਅਜੇ ਉਹਨਾਂ ਤੇ ਖੋਜ ਕਰਨੀ ਬਾਕੀ ਰਹਿ ਗਈ ਹੈ। ਪਰ ਕਿਉਂਕਿ ਦਾਦੀਆਂ ਨਾਨੀਆਂ ਦੇ ਨੁਸਖੇ ਹਮੇਸ਼ਾ ਹੀ ਅਸਰਦਾਰ ਸਾਬਤ ਹੋਏ ਨੇ, ਮੈਂ ਇਸ ਕਰਕੇ ਕੋਸ਼ਿਸ਼ ਕੀਤੀ ਉਹ ਸਾਂਝ ਜ਼ਰੂਰ ਉਹਨਾਂ ਦੀ ਗੰਢ ਦੇਵਾਂ ਤੁਹਾਡੇ ਨਾਲ। ਪਰ ਆਪਾਂ ਇਸ ਪ੍ਰੋਗਰਾਮ ਰਾਹੀਂ ਜੇ, ਕਿਉਂਕਿ ਅੱਗੇ ਵੀ ਮੈਨੂੰ ਇੱਕ ਐਰੀਜ਼ੋਨਾ ਤੋਂ ਫੋਨ ਆਇਆ ਸੀ ਡਾਕਟਰਸ ਦਾ ਕਿ ਅਸੀਂ ਇਹਦੇ ਤੇ ਅੱਗੇ ਖੋਜ ਕਰਨੀ ਚਾਹਾਂਗੇ ਸਪਿਰੂਲੀਨਾ ਤੇ, ਸੋ ਮੈਂ ਉਸੇ ਤਰ੍ਹਾਂ ਹੀ ਸ਼ਾਇਦ ਜੇ ਉਹ ਸੁਣ ਲੈਣ ਤਾਂ ਮੈਂ ਚਾਹਾਂਗੀ ਕਿ ਇਹਦੇ ਉੱਤੇ ਵੀ ਜਿਹੜੀਆਂ ਬਾਕੀ ਚੀਜ਼ਾਂ ਤੇ ਨਹੀਂ ਹੋਈ ਖੋਜ ਉਹਨਾਂ ਪੱਖਾਂ ਤੇ ਵੀ ਹੋ ਜਾਵੇ ਤਾਂ ਬਹੁਤ ਅੱਛੀ ਗੱਲ ਹੋਏਗੀ। ਬਿਲਕੁਲ, ਕਿਉਂਕਿ ਖੋਜ ਜਾਰੀ ਰਹਿਣੀ ਚਾਹੀਦੀ ਹੈ। ਇਹ ਕੁਦਰਤੀ ਨਿਆਮਤਾਂ ਨੇ, ਜੋ ਕੁਦਰਤ ਨੇ ਬਣਾਈਆਂ ਚੀਜ਼ਾਂ ਨੇ, ਉਹਨੂੰ ਇਨਸਾਨ ਸ਼ਾਇਦ ਰਹਿੰਦੀ ਦੁਨੀਆ ਤੱਕ ਖੋਜਦਾ ਹੀ ਰਹੇਗਾ ਤੇ ਉਹਦੇ ਚ ਕੁਛ ਨਾ ਕੁਛ ਮਿਲਦਾ ਹੀ ਰਹਿਣਾ। ਸੋ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਖਾਸ ਪ੍ਰੋਗਰਾਮ ਖਾਲਸ ਖਾਣਾ ਦੇ ਵਿੱਚ ਜੁੜਨ ਦੇ ਲਈ। ਸੋ ਡਾਕਟਰ ਹਰਸ਼ਿੰਦਰ ਕੌਰ ਹਮੇਸ਼ਾ ਆਪਣੇ ਕੀਮਤੀ ਟਾਈਮ ਚੋਂ ਟਾਈਮ ਕੱਢ ਕੇ ਸਾਡੇ ਨਾਲ ਜੁੜਦੇ ਨੇ ਤੇ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਦੱਸਦੇ ਨੇ। ਤੇ ਇਸ ਪ੍ਰੋਗਰਾਮ ਦਾ ਡਾਕਟਰ ਸਾਹਿਬ ਅਸਰ ਜਿਹੜਾ ਉਹ ਇੰਨਾ ਹੈਗਾ ਕਿ ਜਿੱਥੇ ਵੀ ਕਿਤੇ ਅਸੀਂ ਜਾਂਦੇ ਹਾਂ ਤਾਂ ਜਿਹੜੇ ਆਪਣੇ ਦਰਸ਼ਕ ਹੈਗੇ ਨੇ ਕੋਈ ਨਾ ਕੋਈ ਉਹ ਖਾਲਸ ਖਾਣਾ ਦੀ ਗੱਲ ਜ਼ਰੂਰ ਕਰਦੇ ਨੇ। ਖਬਰਾਂ ਦੀ ਗੱਲ ਤਾਂ ਵੱਖਰੀ ਰਹੇਗੀ, ਪਰ ਖਾਲਸ ਖਾਣਾ ਦੀ ਗੱਲ ਜ਼ਰੂਰ ਕਰਦੇ ਨੇ ਕਿ ਅਸੀਂ ਡਾਕਟਰ ਹਰਸ਼ਿੰਦਰ ਕੌਰ ਦੇ ਨਾਲ ਤੁਹਾਡਾ ਪ੍ਰੋਗਰਾਮ ਸੁਣਿਆ ਸੀ, ਅਸੀਂ ਕੇਲੇ ਵਾਲਾ ਸੁਣਿਆ ਸੀ, ਅਸੀਂ ਗੰਢੇ ਵਾਲਾ ਸੁਣਿਆ ਸੀ। ਸੋ ਸਾਰੇ ਦਰਸ਼ਕਾਂ ਦਾ ਧੰਨਵਾਦ ਕਰਦੇ ਹਾਂ ਕਿ ਉਹ ਇੰਨਾ ਪਿਆਰ ਇਸ ਦਿੰਦੇ ਨੇ। ਵਾਰ ਮੇਰਾ ਖਿਆਲ ਹੈ ਕਿ ਮੇਰੀ ਉਹ ਵੀ ਸ਼ਿਕਾਇਤ ਦੂਰ ਹੋ ਗਈ ਹੋਏਗੀ, ਮੈਂ ਬਿਲਕੁਲ ਟਾਈਮ ਸਿਰ ਤੇ ਸਹੀ ਸਮੇਂ ਤੇ ਪ੍ਰੋਗਰਾਮ ਵੀ ਦੇ ਦਿੱਤਾ। ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਆਸ ਕਰਦੇ ਹਾਂ ਅਗਲੀ ਵਾਰੀ ਵੀ ਆਪਾਂ ਟਾਈਮ ਸਿਰ ਹੀ ਦੇਈਏ ਪ੍ਰੋਗਰਾਮ ਤੇ ਤੁਸੀਂ ਵੀ ਆਪਣੀ ਡਿਊਟੀ ਨਿਭਾਉਂਦੇ ਰਹੋ ਤੇ ਆਪਣਾ ਧਿਆਨ ਰੱਖੋ। ਬਹੁਤ ਬਹੁਤ ਧੰਨਵਾਦ। ਬਿਲਕੁਲ। ਫਿਰ ਪਰ ਅਖੀਰੀ ਜਾਂਦੇ ਜਾਂਦੇ ਜ਼ਰੂਰ ਮੇਰੀ ਹਮੇਸ਼ਾ ਵਾਂਗ ਇੱਕੋ ਹੀ ਦੁਆ ਸਾਰਿਆਂ ਲਈ, ਖੁਸ਼ ਰਹੋ, ਤੰਦਰੁਸਤ ਰਹੋ, ਆਬਾਦ ਰਹੋ। ਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਡਾਕਟਰ ਹਰਸ਼ਿੰਦਰ ਕੌਰ ਜੀ ਦਾ ਤੇ ਸਾਡੇ ਸਾਰੇ ਦਰਸ਼ਕਾਂ ਦਾ ਵੀ। ਅਗਲੇ ਹਫਤੇ ਫਿਰ ਮਿਲਦੇ ਹਾਂ ਖਾਲਸ ਖਾਣਾ ਦੇ ਵਿੱਚ। ਤੁਸੀਂ ਆਪਣਾ ਧਿਆਨ ਰੱਖਿਓ। ਧੰਨਵਾਦ।